हाँ जी बच्चे, ਅੱਜ ਸਾਡਾ ਪੇਪਰ ਤਾਂ ਬੈਸਟ ਆਫ ਲੱਕ ਸਾਰਿਆਂ ਨੂੰ ਪੇਪਰ ਲਈ। ਤਾਂ ਉਸ ਤੋਂ ਪਹਿਲਾਂ ਇੱਕ ਬਸ ਇੱਕ ਕੁਇਕ ਰਿਵੀਜ਼ਨ ਸਾਰੇ ਚੈਪਟਰਾਂ ਦੇ ਵਿੱਚੋਂ ਇੰਪੋਰਟੈਂਟ ਕੀ ਚੀਜ਼ਾਂ ਜੋ ਤੁਸੀਂ ਰਿਵਾਈਜ਼ ਕਰਨੀਆਂ ਨੇ ਬਸ ਉਹ ਕਰ ਰਹੇ ਹਾਂ। ਜਿਵੇਂ ਪਹਿਲਾ ਚੈਪਟਰ ਸੀਗਾ ਰੀਅਲ ਨੰਬਰ ਦੇ ਵਿੱਚੋਂ ਸਭ ਤੋਂ ਪਹਿਲਾਂ ਜਿਹੜੀ ਚੀਜ਼ ਤੁਸੀਂ ਰਿਵਾਈਜ਼ ਕਰਨੀ ਹੈ ਉਹ ਤੁਹਾਨੂੰ ਯਾਦ ਹੋਣਾ ਚਾਹੀਦਾ ਕਿ ਜਿਹੜਾ ਇਕੁਅਲ ਡਿਵੀਜ਼ਨ ਲੈਮਾ ਸੀਗਾ, ਇਕੁਅਲ ਡਿਵੀਜ਼ਨ ਲੈਮਾ ਕੀ ਕਹਿੰਦਾ, ਏ ਇਕੁਅਲ ਟੂ ਪੀ ਕਿਊ ਪਲੱਸ ਆਰ। ਜਿਵੇਂ ਏ ਸਾਡਾ ਡਿਵੀਡੈਂਡ ਹੈ, ਬੀ ਡਿਵਾਈਜ਼ਰ ਹੈ, ਕਿਊ ਕੋਸ਼ੈਂਟ ਅਤੇ ਆਰ ਕੀ ਹੈ ਰਿਮਾਈਂਡਰ। ਅਤੇ ਆਰ ਦੀ ਵੈਲਿਊ ਹਮੇਸ਼ਾ ਗ੍ਰੇਟਰ ਦੈਨ ਇਕੁਅਲ ਟੂ ਹੁੰਦੀ ਹੈ ਕਿਤੇ 0 ਤੇ ਲੈਸ ਦੈਨ ਹੁੰਦੀ ਹੈ ਕਿਤੇ ਤੋਂ ਬੀ ਤੋਂ। ਰਿਮਾਈਂਡਰ ਗ੍ਰੇਟਰ ਦੈਨ ਔਰ ਇਕੁਅਲ ਟੂ 0 ਔਰ ਲੈਸ ਦੈਨ ਇਕੁਅਲ ਟੂ ਬੀ। ਇਹ ਪਹਿਲੀ ਗੱਲ ਸੀ, ਠੀਕ ਹੈ। ਦੂਜੀ ਗੱਲ ਬੱਚੇ ਜਿਹੜੀ ਤੁਸੀਂ ਯਾਦ ਰੱਖਣੀ ਹੈ, ਸੈਕਿੰਡ ਐਕਸਰਸਾਈਜ਼ ਦੇ ਵਿੱਚ ਜਿਹੜਾ ਪ੍ਰੋਡਕਟ ਆਫ ਟੂ ਨੰਬਰ ਹੁੰਦਾ, ਪ੍ਰੋਡਕਟ ਆਫ ਟੂ ਨੰਬਰ ਸਾਡਾ ਕਿਹਦੇ ਇਕੁਅਲ ਹੁੰਦਾ, ਐਲਸੀਐਮ ਮਲਟੀਪਲਾਈ ਬਾਏ ਐਸ ਸੀ ਐਫ ਦੇ। ਜਿਹੜੇ ਦੋ ਨੰਬਰ ਦਿੱਤੇ ਹੁੰਦੇ ਨੇ ਤਾਂ ਪ੍ਰੋਡਕਟ ਉਹਦੇ ਕਿਹਦੇ ਇਕੁਅਲ ਹੁੰਦਾ, ਐਲਸੀਐਮ ਮਲਟੀਪਲਾਈ ਬਾਏ ਐਚ ਸੀ ਐਫ ਦੇ। ਅਤੇ ਤੀਜੀ ਗੱਲ, ਐਵਰੀ ਕੰਪੋਜ਼ਿਟ ਨੰਬਰ ਕੈਨ ਬੀ written in the form every composite number can be written as product of prime factor ਕਹਿੰਦਾ ਜਿੰਨੇ ਵੀ ਕੰਪੋਜ਼ਿਟ ਨੰਬਰ ਹੁੰਦੇ ਨੇ ਸਾਰਿਆਂ ਨੂੰ ਪ੍ਰਾਈਮ ਫੈਕਟਰ ਦੇ ਪ੍ਰੋਡਕਟ ਦੇ ਵਿੱਚ ਲਿਖਿਆ ਜਾ ਸਕਦਾ ਹੈ। ਚੌਥੀ ਗੱਲ, ਕੋ ਪ੍ਰਾਈਮ ਨੰਬਰ ਕਿਹੜੇ ਹੁੰਦੇ ਨੇ ਜਿਨ੍ਹਾਂ ਦਾ ਐਚ ਸੀ ਐਫ ਕਿੰਨਾ ਹੁੰਦਾ ਹੈ 1, ਯਾਨੀ ਕਾਮਨ ਫੈਕਟਰ ਕਿੰਨਾ ਹੋਵੇ 1 ਹੋਵੇ, ਠੀਕ ਹੈ। ਪੰਜਵੀਂ ਗੱਲ ਇਸ ਚੈਪਟਰ ਜਿਹੜੀ ਯਾਦ ਰੱਖਣੀ ਹੈ, ਟਰਮੀਨੇਟਿੰਗ ਨੰਬਰ ਉਹ ਹੁੰਦੇ ਨੇ ਜਿਹਦੇ ਡਿਨੋਮੀਨੇਟਰ ਦੇ ਜਦੋਂ ਆਪਾਂ ਪ੍ਰਾਈਮ ਫੈਕਟਰ ਬਣਾਉਂਦੇ ਹਾਂ ਉਹ 2 ਦੀ ਪਾਵਰ m ਇੰਟੂ 5 ਦੀ ਪਾਵਰ n ਦੀ ਫੋਰਮ ਦੇ ਵਿੱਚ ਹੋਣ, ਜਿੱਥੇ m ਅਤੇ n ਸਾਡੇ ਕੀ ਹੁੰਦੇ ਨੇ ਹੋਲ ਨੰਬਰ। ਟਰਮੀਨੇਟਿੰਗ ਨੰਬਰ ਉਹ ਹੋਊਗਾ ਜਿਹਦੇ 2 ਇੰਟੂ 5 ਦਾ ਪੇਅਰ ਹੋਊਗਾ, ਪਾਵਰ ਦੇ ਵਿੱਚ ਕੀ ਹੋਊਗਾ m ਤੇ n ਹੋਲ ਨੰਬਰ ਹੁੰਦੇ ਨੇ। ਹੋਲ ਨੰਬਰ ਕਿੱਥੋਂ ਸਟਾਰਟ ਹੁੰਦੇ ਨੇ 0 1 ਸੋ ਅਪ ਟੂ n ਕੁਝ ਵੀ ਹੋਵੇ, ਠੀਕ ਹੈ। ਉਸ ਤੋਂ ਬਾਅਦ ਸੈਕਿੰਡ ਚੈਪਟਰ ਲਈ ਜੋ ਇੰਪੋਰਟੈਂਟ ਗੱਲਾਂ ਸੀਗੀਆਂ ਇਹਦੇ ਵਿੱਚ ਸਭ ਤੋਂ ਪਹਿਲੀ ਚੀਜ਼ ਤਾਂ ਆਉਂਦੀ ਹੈ ਸੈਕਿੰਡ ਚੈਪਟਰ ਲਈ ਸਮ ਆਫ ਜ਼ੀਰੋ ਯਾਨੀ ਅਲਫਾ ਪਲਸ ਬੀਟਾ। ਦੋ ਜ਼ੀਰੋ ਹੁੰਦੀਆਂ ਨੇ ਕਿਸੇ ਵੀ ਕੁਆਡਰੇਟਿਕ ਇਕੁਏਸ਼ਨ ਦੀਆਂ, ਤਾਂ ਅਲਫਾ ਪਲਸ ਬੀਟਾ ਦਾ ਫਾਰਮੂਲਾ ਕੀ ਹੁੰਦਾ -b/a। ਆ ਜਨਰਲ ਫਾਰਮ ਹੁੰਦੀ ਹੈ ਕੁਆਡਰੇਟਿਕ ਇਕੁਏਸ਼ਨ ਦੀ, ax² + bx + c = 0। ਇਹ ਹੁੰਦਾ ਸਮ ਦਾ ਫਾਰਮੂਲਾ -b/a, ਜਾਂ ਫਿਰ ਕਦੇ ਕਦੇ ਐਂ ਲਿਖਿਆ ਹੁੰਦਾ ਮਾਈਨਸ ਕੋਫੀਸ਼ੀਐਂਟ ਆਫ x ਅਪੋਨ ਕੋਫੀਸ਼ੀਐਂਟ ਆਫ x ਦਾ ਸਕੇਅਰ, ਠੀਕ ਹੈ। ਤੁਸੀਂ ਉੱਪਰ ਦੇਖ ਲੈਣਾ, ਸ਼ਾਰਟ 'ਚ ਲਿਖ ਰਹੇ ਹਾਂ ਫਟਾਫਟ। ਉਸ ਤੋਂ ਬਾਅਦ ਅਗਲੀ ਗੱਲ, ਪ੍ਰੋਡਕਟ ਆਫ ਜ਼ੀਰੋ ਸਾਡੇ ਕੋਲ ਕੀ ਹੁੰਦਾ ਅਲਫਾ ਇੰਟੂ ਬੀਟਾ, ਜਿਹਨੂੰ ਲਿਖਦੇ ਹਾਂ c/a। c ਦਾ ਮਤਲਬ ਸਾਡੇ ਕੋਲ ਕੀ ਹੁੰਦਾ ਕਾਂਸਟੈਂਟ ਟਰਮ ਅਪੋਨ ਕੋਫੀਸ਼ੀਐਂਟ ਆਫ x ਦਾ ਸਕੁਏਅਰ, ਹੁੰਦਾ, ਠੀਕ ਗੱਲ ਹੋ ਗਈ। ਅਤੇ ਉਸ ਤੋਂ ਬਾਅਦ ਇਹਦੇ ਵਿੱਚ ਡਿਗਰੀਆਂ ਪੁੱਛੀਆਂ ਜਾਂਦੀਆਂ ਹੁੰਦੀਆਂ ਨੇ ਇਸ ਚੈਪਟਰ ਅੰਦਰ, ਕਿ ਡਿਗਰੀ ਆਫ ਲੀਨੀਅਰ ਇਕੁਏਸ਼ਨ ਦੀ ਡਿਗਰੀ ਕਿੰਨੀ ਹੁੰਦੀ ਹੈ 1 ਹੁੰਦੀ ਹੈ। ਇਸ ਫਾਰਮ 'ਚ ਹੁੰਦਾ ਲੀਨੀਅਰ ax ਪਲਸ। ਡਿਗਰੀ ਹੁੰਦੀ ਹੈ ਕਿਸੇ ਵੀ ਇਕੁਏਸ਼ਨ ਦੇ ਅੰਦਰ ਵੇਰੀਏਬਲ ਦੀ ਸਭ ਤੋਂ ਵੱਡੀ ਪਾਵਰ, ਜਿਵੇਂ ਐਕਸ ਹੈ ਤਾਂ ਸਭ ਤੋਂ ਵੱਡੀ ਪਾਵਰ ਕਿੰਨੀ ਹੈ 1। ਕੁਆਡਰੇਟਿਕ ਦੀ ਡਿਗਰੀ ਕਿੰਨੀ ਹੁੰਦੀ ਹੈ ਜੀ, ਕੁਆਡਰੇਟਿਕ ਦੀ ਡਿਗਰੀ 2 ਹੁੰਦੀ ਹੈ। ਕਿਊਬਿਕ ਦੀ ਕਿੰਨੀ ਹੁੰਦੀ ਹੈ 3 ਹੁੰਦੀ ਹੈ। ਅਗਰ ਕੋਈ ਇਕੁਏਸ਼ਨ x ਦੀ ਪਾਵਰ n ਪਲਸ x ਕੁਝ ਵੀ ਦਿੱਤਾ ਹੋਇਆ ਹੈ ਨਾ, ਇੱਥੇ x ਦੀ ਪਾਵਰ ਸਭ ਤੋਂ ਵੱਡੀ ਪਾਵਰ ਕਿੰਨੀ ਹੈ n, ਤਾਂ ਉਹਦੀ ਡਿਗਰੀ ਕਿੰਨੀ ਹੋ ਜੂਗੀ, ਉਹ ਡਿਗਰੀ n ਹੋ ਜੂਗੀ। ਕਿਸੇ ਵੀ ਇਕੁਏਸ਼ਨ ਦੀ x ਦੇ ਵੇਰੀਏਬਲ ਦੀ ਪਾਵਰ ਜਿੰਨੀ ਹੁੰਦੀ ਹੈ ਉਹਦੀ ਕਿਆ ਕਰਾਉਂਦੇ ਆ, ਡਿਗਰੀ ਕਰਾਉਂਦੇ ਆ, ਪਾਵਰ ਕਹਿ ਦਿੰਦੇ ਉਹਨੂੰ, ਠੀਕ ਹੈ। ਉਸ ਤੋਂ ਬਾਅਦ ਇੱਕ ਚੀਜ਼ ਜਿਹੜੀ ਪਤਾ ਹੀ ਹੋਊਗੀ, ਡਿਵੀਡੈਂਡ ਇਕੁਅਲ ਟੂ ਹੁੰਦਾ ਕਿਆ, ਡਿਵਾਈਜ਼ਰ ਇੰਟੂ ਕੋਸ਼ੀਐਂਟ ਪਲੱਸ ਰਿਮਾਈਂਡਰ ਦੇ, ਯਾਨੀ p(x) = g(x) ਮਲਟੀਪਲਾਈ ਬਾਏ q(x) ਪਲੱਸ r(x), ਠੀਕ ਹੋ ਗਿਆ। ਇਹ ਸੈਕਿੰਡ ਚੈਪਟਰ ਦੇ ਵਿੱਚ ਕੁਝ ਗੱਲਾਂ ਸੀਗੀਆਂ। ਉਸ ਤੋਂ ਬਾਅਦ ਥਰਡ ਚੈਪਟਰ ਦੇ ਵਿੱਚ ਮੇਨਲੀ ਕੀ ਚੀਜ਼ ਹੁੰਦੀ ਹੈ, ਲਾਈਨ ਦੇ ਬਾਰੇ ਹੁੰਦੀ ਹੈ ਜੀ। ਜਿਵੇਂ a1/a2 ਰੇਸ਼ੀਓ ਅਗਰ ਨੋਟ ਇਕੁਅਲ ਹੋਵੇ b1/b2 ਦੇ, ਤਾਂ ਲਾਈਨਸ ਕਿਆ ਹੁੰਦੀਆਂ ਨੇ, ਇੰਟਰਸੈਕਟਿੰਗ ਲਾਈਨ ਹੁੰਦੀਆਂ ਨੇ। ਸੋਲਿਊਸ਼ਨ ਕਿਆ ਹੁੰਦਾ ਹੈ, ਯੂਨੀਕ ਸੋਲਿਊਸ਼ਨ ਜਾਂ ਫਿਰ ਕੰਸਿਸਟੈਂਟ ਸੋਲਿਊਸ਼ਨ, ਜੋ ਵੀ ਤੁਹਾਡੇ ਤੋਂ ਪੁੱਛ ਲਵੇ ਅਗਰ ਪਹਿਲੇ ਤੋਂ ਬਰਾਬਰ ਨਾ ਹੋਣ। ਉਸ ਤੋਂ ਬਾਅਦ ਅਗਲੀ ਜਿਹੜੀ ਚੀਜ਼ ਹੁੰਦੀ ਹੈ, ਅਗਰ ਸਾਰੀ ਚੀਜ਼ਾਂ ਬਰਾਬਰ ਹੋਣ, a1/a2 ਇਕੁਅਲ ਹੋਵੇ b1/b2 ਤੇ ਇਕੁਅਲ ਹੋਵੇ c1/c2 ਦੇ ਵਿੱਚ, ਤਾਂ ਇਹਦੇ ਕਿੰਨੇ ਹੱਲ ਹੁੰਦੇ ਨੇ, ਤਾਂ ਇਹਦੇ ਹੁੰਦੇ ਨੇ ਇਨਫਾਈਨਾਈਟਲੀ ਮੈਨੀ ਸੋਲਿਊਸ਼ਨ ਹੁੰਦੇ ਨੇ। ਕਿੰਨੇ ਹੁੰਦੇ ਨੇ, ਇਨਫਾਈਨਾਈਟਲੀ ਮੈਨੀ ਸੋਲਿਊਸ਼ਨ। ਅਤੇ ਲਾਈਨਸ ਜੋ ਹੁੰਦੀਆਂ ਨੇ, ਲਾਈਨ ਕਿਆ ਹੁੰਦੀਆਂ ਨੇ, ਕੋਇਨਸੀਡੈਂਟ ਲਾਈਨਸ ਹੁੰਦੀਆਂ ਨੇ, ਠੀਕ ਹੈ, ਕੋਇਨਸੀਡੈਂਟ ਲਾਈਨਸ ਹੁੰਦੀਆਂ ਨੇ। ਅਗਲੀ ਗੱਲ, ਅਗਰ ਪਹਿਲੇ ਤੋਂ ਇਕੁਅਲ ਹੋਣ a1/a2 b1/b2 ਅਤੇ ਨੋਟ ਇਕੁਅਲ ਹੋਵੇ c1/c2 ਦੇ, ਤਾਂ ਜਿਹੜੀ ਲਾਈਨ ਹੁੰਦੀਆਂ ਨੇ ਉਹ ਕਿਆ ਹੁੰਦੀਆਂ ਨੇ, ਪੈਰਲਲ ਹੁੰਦੀਆਂ ਨੇ ਲਾਈਨਸ ਆਰ ਪੈਰਲਲ ਐਂਡ ਸੋਲਿਊਸ਼ਨ ਇਜ਼ ਨੋ ਸੋਲਿਊਸ਼ਨ ਜਾਂ ਇਨਕਨਸਿਸਟੈਂਟ ਸੋਲਿਊਸ਼ਨ, ਠੀਕ ਹੈ। ਅਗਲੇ ਚੌਥੇ ਚੈਪਟਰ ਦੀ ਗੱਲ ਕਰਦੇ ਹਾਂ। ਚੌਥੇ ਚੈਪਟਰ ਦੀ ਜਿਹੜੀ ਇੰਪੋਰਟੈਂਟ ਚੀਜ਼ ਹੈ, ਸਭ ਤੋਂ ਪਹਿਲੀ ਗੱਲ ਤਾਂ ਚੀਜ਼ ਯਾਦ ਰੱਖਣੀ ਹੈ, ਡਿਸਕ੍ਰੀਮੀਨੈਂਟ ਦਾ ਫਾਰਮੂਲਾ ਕੀ ਹੁੰਦਾ ਬੱਚੇ, ਡਿਸਕ੍ਰੀਮੀਨੈਂਟ ਡੀ ਨੂੰ ਕਹਿੰਦੇ ਆ। ਡੀ ਹੁੰਦਾ ਕਿ ਸਾਡੇ ਕੋਲ b² - 4ac। ਉਸ ਤੋਂ ਬਾਅਦ ਇਹਦੇ ਵਿੱਚ ਪੁੱਛਦਾ ਨੇਚਰ, ਇੰਪੋਰਟੈਂਟ ਡਿਸਕ੍ਰੀਮੀਨੈਂਟ ਦੇ। ਚਲੋ ਪਹਿਲਾਂ ਨੇਚਰ ਦੀ ਗੱਲ ਕਰ ਲੈਂਦੇ ਹਾਂ। ਅਗਰ ਡੀ ਦੀ ਵੈਲਿਊ ਗ੍ਰੇਟਰ ਦੈਨ 0 ਹੋਏ, ਡੀ ਯਾਨੀ b² - 4ac, ਅਗਰ b² - 4ac ਦੀ ਡਿਸਕ੍ਰੀਮੀਨੈਂਟ ਦੀ ਵੈਲਿਊ 0 ਤੋਂ ਕਿਆ ਹੋਵੇ, ਬੜੀ ਹੋਵੇ, ਤਾਂ ਨੇਚਰ ਤੁਸੀਂ ਲਿਖਣਾ ਹੁੰਦਾ 2 ਰੀਅਲ ਐਂਡ ਡਿਸਟਿੰਕਟ ਰੂਟ, ਠੀਕ ਹੈ ਜੀ। ਅਗਰ b² - 4ac ਦੀ ਵੈਲਿਊ
अगर बी स्केयर माइनस 4ac की वैल्यू इक्वल टू क्या हो 0 तो ਇਹਦਾ ਨੇਚਰ क्या ਹੁੰਦਾ 2 ਰੀਅਲ ਐਂਡ ਇਕੁਅਲ ਰੂਟਸ ਤਾਂ ਉਹਦੇ क्या ਹੁੰਦੇ ਨੇ ਇਕੁਅਲ ਰੂਟਸ ਆਉਂਦੇ ਨੇ ਅਗਰ ਬੀ ਸਕੇਅਰ ਮਾਈਨਸ 4ac ਵੈਲਿਊ ਲੈਸ ਦੈਨ क्या है 0 आए तो क्या होंगे ने नो रूट्स ਇਹਦੇ ਰੀਅਲ रूट एग्जिस्ट नहीं करते नो रूट्स या फिर कि नो ਰੀਅਲ रूट एग्जिस्ट नहीं करते इमेजिनरी रूट्स होंगे ने वो फर्दर अगली क्लास का टॉपिक है हम छड्डो हले ठीक है इस चैप्टर ਦੇ ਵਿੱਚ ਮੇਨਲੀ ਆਹੀ ਚੀਜ਼ ਸੀਗੀ ਉਸ ਤੋਂ ਬਾਅਦ ਆਪਾਂ ਪੰਜਵੇਂ ਚੈप्टर ਵੱਲ ਏਪੀ ਵੱਲ ਚੱਲਦੇ ਹਾਂ ਕਿ ਏਪੀ ਦੇ ਵਿੱਚ ਹੋਰ ਕੀ ਪੁੱਛਿਆ ਜਾ ਸਕਦਾ ਠੀਕ ਹੈ ਆ ਇਹਦੇ ਵਿੱਚ ਫਾਰਮੂਲੇ ਸੀਗੇ ਤੇ ਇੱਕ ਫਾਰਮੂਲਾ ਮੈਂ ਹੋਰ ਲਿਖ ਦੇਣਾ ਕੁਆਡਰੇਟਿਕ ਫਾਰਮੂਲਾ ਤਾਂ ਤੁਹਾਨੂੰ ਯਾਦ ਹੀ ਹੋਏਗਾ ਵੈਸੇ ਹੈ ਨਾ ਕੁਆਡਰੇਟਿਕ ਫਾਰਮੂਲਾ ਕੀ ਹੁੰਦਾ -b + -√d/2a ਇੱਥੇ d ਦਾ ਮਤਲਬ ਸਾਡੇ ਕੋਲ ਕੀ ਹੈ b ਦਾ ਸਕੁਅਰ -4ac ਹੈ ਠੀਕ ਹੈ ਇੰਨੇ ਕੀ ਫਾਰਮੂਲੇ ਸੀਗੇ ਜਿਹੜੇ ਚੌਥੇ ਚੈਪਟਰ ਦੇ ਵਿੱਚ ਮੇਨਲੀ ਯੂਜ਼ ਹੋ ਰਹੇ ਸੀਗੇ ਹੁਣ ਆਪਾਂ ਚੱਲ ਰਹੇ ਹਾਂ ਚੈਪਟਰ 5th ਦੇ ਵੱਲ ਏਪੀ ਸੀਰੀਜ਼ ਪੰਜਵਾਂ ਚੈਪਟਰ ਏਪੀ ਦੇ ਅੰਦਰ ਜਿਹੜੇ ਫਾਰਮੂਲੇ ਸਾਡੇ ਲੱਗਣੇ ਨੇ ਉਹ ਹੈਗਾ an ਦਾ ਫਾਰਮੂਲਾ ਕੀ ਹੁੰਦਾ a + n - 1 ਬ੍ਰੈਕਟ ਕਲੋਜ਼ d ਠੀਕ ਹੈ ਉਸ ਤੋਂ ਬਾਅਦ sn ਦਾ ਫਾਰਮੂਲਾ ਸੀਗਾ ਉਹ ਸੀਗਾ n/2 2a + n - 1 * d ਠੀਕ ਹੈ ਜੀ ਉਸ ਤੋਂ ਬਾਅਦ sn ਦਾ ਇੱਕ ਹੋਰ ਫਾਰਮੂਲਾ ਸੀਗਾ ਜਦੋਂ ਫਸਟ ਤੇ ਲਾਸਟ ਟਰਮ ਦਿੱਤੀ ਹੁੰਦੀ ਹੈ n/2 a + an ਬੱਚੇ an ਦਾ ਮਤਲਬ l ਹੀ ਹੈ ਠੀਕ ਹੈ ਕਈ ਜਗ੍ਹਾ 'ਤੇ l ਲਿਖਾਉਂਦੇ ਨੇ ਬੱਚੇ ਨੂੰ ਹੁੰਦਾ ਕਿਹੜਾ ਫਾਰਮੂਲਾ ਆ ਗਿਆ a + l ਦਾ ਮਤਲਬ ਲਾਸਟ ਟਰਮ an ਦਾ ਮਤਲਬ ਵੀ ਸਾਡੇ ਕੋਲ ਕੀ ਹੁੰਦਾ ਲਾਸਟ ਟਰਮ ਹੀ ਹੁੰਦਾ ਠੀਕ ਹੈ ਇਹ ਕਨਫਿਊਜ਼ ਨਹੀਂ ਹੋਣਾ ਵਾਲਾ ਅਤੇ ਉਸ ਤੋਂ ਬਾਅਦ ਸਮ ਆਫ n ਨੈਚੁਰਲ ਨੰਬਰ ਠੀਕ ਹੈ ਜਿਹਨੇ ਸਾਰੀ ਵੀਡੀਓ ਦੇਖਣ ਨੂੰ ਪਤਾ ਹੋਊਗਾ ਫਾਰਮੂਲਾ ਯਾਦ ਹੋਊਗਾ ਫਟਾਫਟ ਲਿਖ ਦਿਓ n ਨੈਚੁਰਲ ਨੰਬਰ ਦਾ ਸਮ ਦਾ ਫਾਰਮੂਲਾ ਕੀ ਹੁੰਦਾ ਉਹ ਹੁੰਦਾ n + 1 ਅਪੋਨ 'ਚ ਕਿੰਨਾ 2 ਹੁੰਦਾ ਠੀਕ ਹੈ ਵੈਸੇ ਚਲੋ ਇੰਨਾ ਨਹੀਂ ਜਾਊਗਾ ਅਗਰ ਸਮ ਆਫ ਔਡ ਨੰਬਰ ਪੁੱਛ ਲਵੇ ਸਮ ਆਫ ਔਡ ਨੰਬਰਸ ਠੀਕ ਹੈ ਔਡ ਨੰਬਰ ਜਿਵੇਂ 1 + 3 + 5 100 ਅਪ ਟੂ ਜਿੰਨੇ ਵੀ ਪੁੱਛ ਲਵੇ ਤਾਂ ਇਹਦਾ ਫਾਰਮੂਲਾ ਹੁੰਦਾ n ਦਾ ਸਕੁਅਰ ਸਮ ਆਫ ਔਡ ਨੰਬਰ ਦਾ ਫਾਰਮੂਲਾ ਕੀ ਹੁੰਦਾ ਸਾਡੇ ਕੋਲ n ਦਾ ਸਕੁਅਰ ਹੁੰਦਾ ਠੀਕ ਹੈ ਇਹ 8ਵੀਂ ਕਲਾਸ ਦੇ ਵਿੱਚ ਫਾਰਮੂਲਾ ਯੂਜ਼ ਹੁੰਦਾ ਸੀਗਾ ਕੀ ਪਤਾ ਪਾਉਣ ਤਾਂ ਤੁਸੀਂ ਯਾਦ ਹੀ ਕਰ ਲੈਣਾ ਇਹਨੂੰ ਵੀ ਛੋਟਾ ਜਿਹਾ ਹੈਗਾ ਸਮ ਆਫ ਔਡ ਨੰਬਰ ਉਹ ਸੀਗਾ ਨੈਚੁਰਲ ਨੰਬਰ 1 2 3 4 5 ਵਾਲਾ ਠੀਕ ਹੈ ਉਸ ਤੋਂ ਬਾਅਦ 6ਵੇਂ ਚੈਪਟਰ ਦੇ ਵਿੱਚ ਮੈਂ ਸਿਮਿਲਰ ਟ੍ਰਾਇੰਗਲ ਦੀਆਂ ਗੱਲਾਂ ਕੀਤੀਆਂ ਹੋਈਆਂ ਸੀਗੀਆਂ ਉਹ ਤੁਸੀਂ ਚੈੱਕ ਕਰ ਲਿਆ ਪਾਈਥਾਗੋਰਸ ਥਿਊਰਮ ਦਾ ਸਿਧਾਂਤ ਸੀਗਾ 7ਵੇਂ ਚੈਪਟਰ ਦੇ ਅੰਦਰ ਗੱਲ ਸੀਗੀ ਕੋਆਰਡੀਨੇਟ ਜਿਓਮੈਟਰੀ ਦੀ ਹੈ ਨਾ ਕੋਆਰਡੀਨੇਟ ਜਿਓਮੈਟਰੀ ਦੇ ਵਿੱਚ ਕੀ ਸੀ ਕਿਹੜੇ ਫਾਰਮੂਲੇ ਸੀ ਇੱਕ ਤਾਂ ਡਿਸਟੈਂਸ ਫਾਰਮੂਲਾ ਸੀਗਾ ਪਹਿਲਾ ਸਭ ਤੋਂ ਇੰਪੋਰਟੈਂਟ ਡਿਸਟੈਂਸ ਫਾਰਮੂਲਾ ਸਾਡੇ ਕੋਲ ਕੀ ਸੀਗਾ ਅੰਡਰ ਦੀ ਰੂਟ x2 - x1 ਸਕੁਅਰ ਪਲੱਸ y2 - y1 ਦਾ ਸਕੁਅਰ y2 - y1 ਦਾ ਸਕੁਅਰ ਠੀਕ ਹੈ ਉਸ ਤੋਂ ਬਾਅਦ ਅਗਲੀ ਗੱਲ ਸੀ ਡਿਸਟੈਂਸ ਫਰੋਮ ਓਰੀਜਨ ਓਰੀਜਨ ਤੋਂ ਡਿਸਟੈਂਸ ਦਾ ਫਾਰਮੂਲਾ ਕੀ ਸੀ ਸਾਡੇ ਕੋਲ √x² + y²। ਉਹ ਕਦੇ ਕਦੇ ਇੱਦਾਂ ਦੇ ਦਿੰਦਾ ਕਿ ਡਿਸਟੈਂਸ ਆਫ ਪੁਆਇੰਟ a, b ਫਰੋਮ ਓਰੀਜਨ ਤਾਂ ਅਗਰ a, b ਦਾ ਓਰੀਜਨ ਤੋਂ ਦਿੱਤਾ ਤਾਂ x ਅਤੇ y ਦੀ ਜਗ੍ਹਾ a ਅਤੇ b ਲਿਖ ਕੇ ਆਇਓ ਹੈ ਨਾ ਕਈ ਉਹੀ x² y² ਲਿਖ ਦਿੰਦੇ ਅਗਰ ਡਿਸਟੈਂਸ ਪੁਆਇੰਟ a b ਫਰੋਮ ਓਰੀਜਨ ਕਿਹਾ ਤਾਂ ਇੱਥੇ a ਦਾ ਸਕੁਅਰ ਅਤੇ b ਦਾ ਸਕੁਅਰ ਕਰ ਦਿਓ ਅਗਰ ਕੁਛ ਨਹੀਂ ਲਿਖਿਆ ਤਾਂ x² y² ਤਾਂ ਜਿੰਦਾਬਾਦ ਹੈ ਹੀ ਹੈ ਸਾਡਾ ਠੀਕ ਹੈ ਉਸ ਤੋਂ ਬਾਅਦ ਸੈਕਸ਼ਨ ਫਾਰਮੂਲਾ ਸੀਗਾ ਸਾਡੇ ਕੋਲ ਇਹਦੇ ਵਿੱਚ ਸੈਕਸ਼ਨ ਫਾਰਮੂਲਾ ਕੀ ਸੀਗਾ ਬੱਚੇ ਸਾਡੇ ਕੋਲ x = mx2 + nx1 ਅਪੋਨ m + n ਅਤੇ y = my2 + ny1 ਅਪੋਨ m + n ਸੀਗਾ ਫਿਰ ਮਿਡ ਪੁਆਇੰਟ ਫਾਰਮੂਲਾ ਸੀਗਾ ਇਸ ਚੈਪਟਰ ਦੇ ਅੰਦਰ ਮਿਡ ਪੁਆਇੰਟ ਫਾਰਮੂਲਾ ਕੀ ਸੀਗਾ x = x1 + x2/2 y = y1 + y2/2 ਤੀਜਾ ਸੀਗਾ ਇਹਦੇ ਵਿੱਚ ਏਰੀਆ ਆਫ ਟ੍ਰਾਇੰਗਲ ਦਾ ਫਾਰਮੂਲਾ ਏਰੀਆ ਆਫ ਟ੍ਰਾਇੰਗਲ ਦਾ ਫਾਰਮੂਲਾ ਕੀ ਸੀਗਾ ਬੱਚੇ 1/2 ਬ੍ਰੈਕਟ ਸਟਾਰਟ x1 y2 - y3 + x2 y3 - y1 + x3 y1 - y2 ਬ੍ਰੈਕਟ ਕਲੋਜ਼ ਹੋਲ ਕਲੋਜ਼ ਠੀਕ ਹੈ ਇਹ ਸੀਗਾ ਸਾਡੇ ਕੋਲ ਫਾਰਮੂਲਾ ਕਿਹਦਾ ਏਰੀਆ ਆਫ ਟ੍ਰਾਇੰਗਲ ਦਾ y2 ਲਿਖਿਆ ਹੋਇਆ ਠੀਕ ਹੈ ਆ y2 ਹੈ ਤਾਂ ਇਹ ਫਾਰਮੂਲਾ ਸੀਗਾ ਸਾਡੇ ਕੋਲ ਏਰੀਆ ਆਫ ਟ੍ਰਾਇੰਗਲ ਫਾਈਂਡ ਕਰਨ ਦਾ ਆ ਜਾਓ ਅਗਲੇ ਚੈਪਟਰ 8th ਵੱਲ ਇਸ ਤੋਂ ਪਹਿਲਾਂ ਇੱਕ ਗੱਲ ਹੋਰ ਇੰਪੋਰਟੈਂਟ ਅਗਰ ਏਰੀਆ ਆਫ ਟ੍ਰਾਇੰਗਲ 0 ਹੋ ਜਾਏ ਏਰੀਆ ਆਫ ਟ੍ਰਾਇੰਗਲ ਕੋਆਰਡੀਨੇਟ ਜਿਓਮੈਟਰੀ ਜਿਹੜਾ ਆਪਾਂ ਹੁਣੇ ਦੇਖ ਰਹੇ ਹਾਂ ਏਰੀਆ ਆਫ ਟ੍ਰਾਇੰਗਲ ਉਹਦਾ ਕੀ ਆ ਜੇ 0 ਤਾਂ ਪੁਆਇੰਟ ਉਹਦੇ ਕਿਆ ਹੁੰਦੇ ਨੇ ਕੋਲੀਨੀਅਰ if area of triangle equal to 0 then point are collinear ਇੱਕ ਨੰਬਰ ਲਈ ਬੜਾ ਇੰਪੋਰਟੈਂਟ ਕੁਐਸਚਨ ਹੈ ਕੁਐਸਚਨ ਦਿੱਤਾ ਹੁੰਦਾ ਏਰੀਆ ਆਫ ਟ੍ਰਾਇੰਗਲ ਕੀ ਹੈ 0 ਹੈ ਬਲੈਂਕਸ ਪੁੱਛਦਾ ਤਾਂ ਪੁਆਇੰਟਸ ਕੀ ਹੋਣਗੇ ਪੁਆਇੰਟਸ ਕਿਆ ਹੋਣਗੇ ਸਾਡੇ ਕੋਲ ਕੋਲੀਨੀਅਰ ਹੋਣਗੇ ਠੀਕ ਹੈ ਇੰਨੀ ਗੱਲ ਓਕੇ ਹੋ ਗਈ ਹੁਣ 8ਵੇਂ ਚੈਪਟਰ ਦੇ ਵਿੱਚੋਂ ਕਿਹੜੀ ਚੀਜ਼ ਬਣ ਸਕਦੀ ਹੈ 8ਵੇਂ ਚੈਪਟਰ ਦੇ ਵਿੱਚੋਂ ਪਹਿਲਾਂ ਤਾਂ ਉਹੀ ਸਾਈਨ ਥੀਟਾ ਕਿਸ ਚੀਜ਼ ਦਾ ਰੇਸ਼ੀਓ ਹੁੰਦਾ ਉਹੀ ਯਾਦ ਰੱਖਣਾ ਉਹ ਤੁਸੀਂ ਕੀਤਾ ਹੋਣਾ ਪੰਡਿਤ ਬਦਰੀ ਪ੍ਰਸ਼ਾਦ ਹਰ ਬੋਲੇ ਹੈ ਨਾ ਇੱਦਾਂ ਹੀ ਆਪਾਂ ਯਾਦ ਰੱਖਦੇ ਹਾਂ ਸੋਨਾ ਚਾਂਦੀ ਤੋਲੇ ਉਸ ਤੋਂ ਬਾਅਦ ਕਮ ਸੇ ਕਮ ਜਿਵੇਂ ਵੀ ਹੈ ਐਸ ਦਾ ਮਤਲਬ ਇੱਥੇ ਹੈਗਾ ਸਾਡੇ ਕੋਲ ਸਾਈਨ ਥੀਟਾ ਸੀ ਦਾ ਮਤਲਬ ਹੈਗਾ ਕੋਸ ਥੀਟਾ ਟੀ ਦਾ ਮਤਲਬ ਹੈਗਾ ਟੈਨ ਥੀਟਾ ਠੀਕ ਹੈ ਇੱਥੋਂ ਆ ਪਹਿਲੇ ਸੀ ਦਾ ਮਤਲਬ ਹੈਗਾ ਕੋਸੈਕ ਥੀਟਾ ਇਹਦਾ ਮਤਲਬ ਹੈਗਾ ਸੈਕ ਥੀਟਾ ਅਤੇ ਲਾਸਟ ਹੈਗਾ ਸਾਡੇ ਕੋਲ ਕੀ ਕੋਟ ਥੀਟਾ ਹੁਣ ਸਾਈਨ ਕਿਸ ਚੀਜ਼ ਦਾ ਰੇਸ਼ੀਓ ਹੁੰਦਾ p/h cos b/h tan p/b ਕੋਸੈਕ ਦੀ ਗੱਲ ਕਰੂੰਗਾ ਤਾਂ ਉਲਟਾ h/p h/b ਕੋਟ p/b ਉਸ ਤੋਂ ਬਾਅਦ ਅਗਲੀ ਗੱਲ ਜਿਹੜੀ ਧਿਆਨ ਦੇਣ ਯੋਗ ਹੈਗੀ ਹੈ ਉਹ ਹੈ 8.2 ਦੇ ਅੰਦਰ ਵੈਲਿਊਜ਼ ਦੇਖੋ ਮੇਨਲੀ ਨਾ
5 ਵੈਲਿਊਜ਼ ਹੁੰਦੇ ਨੇ ਜਿਹੜੀ ਨਾ ਬਸ ਵੱਟ ਤੇ ਯਾਦ ਹੀ ਹੋਣੀ ਚਾਹੀਦੀਆਂ, ਜਿਵੇਂ ਸਾਈਨ 30 ਦੀ ਵੈਲਿਊ 1/2। 9ਵੇਂ ਚੈਪਟਰ ਦੇ ਅੰਦਰ ਵੀ ਆ 5 ਵੈਲਿਊ ਤੁਹਾਨੂੰ ਯਾਦ ਨਾ 16 ਦੇ 16 ਕੁਐਸਚਨ ਬਣ ਜਾਂਦੇ ਹੁੰਦੇ ਸੀ। ਸਾਈਨ 30 ਦੀ ਵੈਲਿਊ 1/2, ਸਾਈਨ 60 ਦੀ ਵੈਲਿਊ √3/2, ਟੈਨ 30 ਦੀ ਵੈਲਿਊ ਕਿੰਨੀ ਹੁੰਦੀ ਹੈ ਬੱਚੇ 1/√3, ਟੈਨ 45 ਦੀ ਵੈਲਿਊ 1 ਤੇ ਟੈਨ 60 ਦੀ ਵੈਲਿਊ ਕਿੰਨੀ ਹੁੰਦੀ ਹੈ √3 ਹੁੰਦੀ ਹੈ। ਠੀਕ ਹੈ, ਇਹ ਗੱਲਾਂ ਤਾਂ ਯਾਦ ਕਰ ਲੈਣੀਆਂ ਨੇ। ਉਸ ਤੋਂ ਬਾਅਦ 8.3 ਵਾਲੇ ਜਿਹੜੇ ਫਾਰਮੂਲੇ ਸੀਗੇ ਉਹ ਵੀ ਮੈਂ ਲਿਖ ਰਿਹਾ ਇੱਕ ਵਾਰੀ। ਸਾਈਨ 90 - ਥੀਟਾ, ਸਾਈਨ 90 - ਥੀਟਾ ਵਿੱਚ ਕਿਹਦੇ ਇਕੁਅਲ ਹੁੰਦਾ, ਇਹ ਹੁੰਦਾ cos ਥੀਟਾ ਦੇ ਇਕੁਅਲ। ਉਸ ਤੋਂ ਬਾਅਦ cos 90 - ਥੀਟਾ, cos 90 - ਥੀਟਾ, ਦੇਖੋ ਸਾਈਨ cos ਚੇਂਜ ਹੋ ਗਿਆ, cos ਕਿੱਚ ਹੋ ਜਾਣਾ, ਸਾਈਨ 'ਚ ਚੇਂਜ ਹੋ ਜਾਣਾ। ਠੀਕ ਹੈ, ਉਸ ਤੋਂ ਬਾਅਦ tan 90 - ਥੀਟਾ, tan 90 - ਥੀਟਾ ਹੁੰਦਾ ਸਾਡੇ ਕਿਹਦੇ ਇਕੁਅਲ, cot ਥੀਟਾ ਦੇ ਇਕੁਅਲ। cot 90 - ਥੀਟਾ ਕਿਹਦੇ ਇਕੁਅਲ ਹੁੰਦਾ, tan ਥੀਟਾ ਦੇ ਇਕੁਅਲ। ਠੀਕ ਹੈ ਜੀ, ਉਸ ਤੋਂ ਬਾਅਦ ਸੀਕੈਂਟ 90 - ਥੀਟਾ ਇਕੁਅਲ ਟੂ ਕਿਹਦੇ ਇਕੁਅਲ ਹੁੰਦਾ, ਕੋਸੈਕ ਥੀਟਾ ਦੇ। ਉਸੇ ਤਰੀਕੇ ਨਾਲ ਜਿਹੜਾ ਕੋਸੈਕ ਹੁੰਦਾ, ਕੋਸੈਕ 90 - ਥੀਟਾ ਉਹ ਕਿਹਦੇ ਇਕੁਅਲ ਹੁੰਦਾ, ਸੀਕੈਂਟ ਥੀਟਾ ਦੇ। ਇਹਦੀ ਐਬਰੀਵੇਸ਼ਨ ਵੀ ਯਾਦ ਰੱਖਣੀ ਹੈ। ਇੱਥੇ ਸਾਈਨ ਦੀ ਫੁੱਲ ਫੋਰਮ ਹੈਗੀ ਹੈ SINE, cos ਦੀ ਹੈਗੀ ਹੈ ਕੋਸਾਈਨ। ਠੀਕ ਹੈ, ਕਦੇ ਕਦੇ cos ਦੇ ਕੇ ਪੁੱਛਦਾ ਕਿ cos ਦੀ ਫੁੱਲ ਫੋਰਮ ਕੋਸੀਕੈਂਟ ਹੈ, ਨਾ cos ਦੀ ਫੁੱਲ ਫੋਰਮ ਕੀ ਹੈ, ਕੋਸਾਈਨ ਹੈ। ਟੈਨ ਦੀ ਟੈਂਜੈਂਟ, ਠੀਕ ਹੈ ਜੀ, cot ਦੀ ਕੋਟੈਂਜੈਂਟ, ਸੈਕ ਦੀ ਸੀਕੈਂਟ ਅਤੇ cos ਦੀ ਕੋਸੀਕੈਂਟ। ਠੀਕ ਹੈ ਜੀ, ਇਹ ਕੁਝ ਐਬਰੀਵੇਸ਼ਨ ਸੀਗੀਆਂ ਜਿਹੜੀ ਯੂਜ਼ ਹੁੰਦੀਆਂ ਨੇ। ਉਸ ਤੋਂ ਬਾਅਦ ਟੈਨ ਕਿਸ ਚੀਜ਼ ਦਾ ਰੇਸ਼ੋ ਹੁੰਦਾ, ਟੈਨ ਇੱਕ ਤਾਂ P/V ਦਾ ਹੁੰਦਾ, ਟੈਨ ਦਾ ਇੱਕ ਫਾਰਮੂਲਾ ਹੋਰ ਵੀ ਹੁੰਦਾ, ਡੈਟ ਇਜ਼ ਸਾਈਨ ਥੀਟਾ ਅਪੋਨ cos ਥੀਟਾ, ਅਤੇ cot ਇਕੁਅਲ ਹੁੰਦਾ ਕਿਤੇ cos ਥੀਟਾ, ਇਹਦਾ ਰੈਸੀਪ੍ਰੋਕਲ cos ਅਪੋਨ ਸਾਈਨ ਥੀਟਾ। ਤਾਂ ਕਦੇ ਕਦੇ ਨਾ ਟੈਨ ਦਿੰਦਾ, ਸਾਈਨ ਦਿਖਦਾ ਅਤੇ ਪੁੱਛਦਾ ਥੱਲੇ ਕੀ ਆਊਗਾ, cos ਆਊਗਾ। ਠੀਕ ਹੈ, ਉਸ ਤੋਂ ਬਾਅਦ 8.4 ਦੇ ਜਿਹੜੇ ਫਾਰਮੂਲੇ ਯੂਜ਼ ਹੋਣੇ ਆ, ਪਹਿਲਾਂ ਤਾਂ ਆਹੀ ਹੈ ਸਾਈਨ ਸਕੁਆਇਰ ਥੀਟਾ ਪਲੱਸ cos ਸਕੁਆਇਰ ਥੀਟਾ ਇਕੁਅਲ ਟੂ 1। ਦੂਜਾ ਸੀਕੈਂਟ ਸਕੁਆਇਰ ਥੀਟਾ ਮਾਈਨਸ ਟੈਨ ਸਕੁਆਇਰ ਥੀਟਾ ਇਕੁਅਲ ਟੂ 1, ਅਤੇ ਕੋਸੈਕੈਂਟ ਸਕੁਆਇਰ ਥੀਟਾ ਮਾਈਨਸ cot ਸਕੁਆਇਰ ਥੀਟਾ ਇਕੁਅਲ ਟੂ 1। ਠੀਕ ਹੈ ਜੀ, ਸੀਕੈਂਟ ਨਾਲ ਟੈਨ ਹੈ, ਕੋਸੀਕੈਂਟ ਨਾਲ cot ਹੈ, ਇੰਨੀ ਗੱਲ ਧਿਆਨ ਰੱਖ ਲੈਣੀ ਹੈ, ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਠੀਕ ਹੈ, ਕਦੇ ਕਦੇ ਐਂ ਪੁੱਛ ਲੈਂਦਾ cos ਨੂੰ ਉਧਰ ਲੈ ਜਾਂਦਾ, 1 - cos ਕਰਕੇ ਕਿਹਦੇ ਕੋਲ ਲਿਖ ਦੋਗੇ, ਸਾਇੰਸ ਕਰਦੇ, ਤਾਂ ਇਹਨਾਂ ਵਿੱਚੋਂ ਹੀ ਫਾਰਮੂਲੇ ਬਣ ਰਹੇ ਹੁੰਦੇ ਨੇ। ਬਸ ਬਣਾ ਕੇ ਦੇਖ ਲੈਣੇ ਆ, ਸਾਰਾ ਕੁਝ ਤੁਹਾਡਾ ਕਲੀਅਰ ਹੋ ਜਾਣਾ। 9ਵੇਂ ਚੈਪਟਰ ਦੇ ਵਿੱਚ ਜਿਹੜੇ ਲੱਗਣਾ ਸੀਗਾ ਉਹ ਮੈਂ ਤੁਹਾਨੂੰ ਦੱਸਦਾ। ਆਹ 5 ਜਿਹੜੀ ਵੈਲਿਊਜ਼ ਨੇ, ਆਹ ਹੈ ਨਾ, ਇਹ 5 ਵੈਲਿਊ ਤੁਹਾਨੂੰ ਆਉਂਦੀਆਂ। 9ਵੇਂ ਚੈਪਟਰ ਦਾ 4 ਨੰਬਰ ਦਾ ਕੁਐਸਚਨ ਤੁਹਾਡਾ ਆਰਾਮ ਨਾਲ ਬਣ ਜਾਣਾ। ਹੁਣ 10ਵੇਂ ਚੈਪਟਰ ਦੇ ਵਿੱਚੋਂ ਕੀ ਹੈ, ਹਾਊ ਮੈਨੀ ਟੇਂਜੈਂਟ ਕਹਿੰਦਾ ਸਰਕਲ ਹੈਵ ਇਨਫਾਈਨਾਈਟਲੀ ਮੈਨੀ, ਹੈ ਨਾ। ਅਤੇ ਜਿਵੇਂ ਇਹ ਸਰਕਲ ਹੈ, ਸਰਕਲ ਨੂੰ ਜਿਹੜੀ ਲਾਈਨ ਇੱਕ ਪੁਆਇੰਟ ਟੱਚ ਕਰਦੀ ਹੈ ਉਹ ਲਾਈਨ ਨੂੰ ਆਪਾਂ ਕੀ ਬੋਲਦੇ ਹਾਂ, ਟੇਂਜੈਂਟ ਬੋਲਦੇ ਹਾਂ। ਇਹ ਹੁੰਦੀ ਹੈ ਟੇਂਜੈਂਟ। ਜਿਹੜੀ ਲਾਈਨ ਸਰਕਲ ਨੂੰ 2 ਪੁਆਇੰਟ ਟੱਚ ਕਰਕੇ ਜਾਂਦੀ ਹੁੰਦੀ ਹੈ ਇਹਨੂੰ ਲਾਈਨ ਨੂੰ ਆਪਾਂ ਕੀ ਬੋਲ ਦਿੰਦੇ ਹੁੰਦੇ ਹਾਂ, ਇਹਨੂੰ ਬੋਲਦੇ ਹਾਂ ਸੀਕੈਂਟ ਬੋਲ ਦਿੰਦੇ ਹਾਂ। ਠੀਕ ਹੈ, ਜਿਹੜੀ ਲਾਈਨ ਸਰਕਲ ਨੂੰ ਟੱਚ ਹੀ ਨਹੀਂ ਕਰ ਲਈ, ਇਹਨੂੰ ਇਸ ਲਾਈਨ ਨੂੰ ਕਿਆ ਬੋਲਦੇ ਹਾਂ ਆਪਾਂ, ਨੋਨ ਇੰਟਰਸੈਕਟਿੰਗ ਲਾਈਨ ਬੋਲ ਦਿੰਦੇ ਹਾਂ। ਠੀਕ ਹੈ, ਅਤੇ ਟੇਂਜੈਂਟ ਦਾ ਜਿਹੜਾ ਆਹ ਪੁਆਇੰਟ ਹੁੰਦਾ, ਆਹ ਪੁਆਇੰਟ ਜਿੱਥੇ ਸਰਕਲ ਦਾ ਅਤੇ ਜਿਹੜੀ ਆਹ ਲਾਈਨ ਹੈ ਇਹਦਾ ਕਾਮਨ ਪੁਆਇੰਟ ਹੁੰਦਾ, ਇਸ ਕਾਮਨ ਪੁਆਇੰਟ ਨੂੰ ਬੋਲਦੇ ਆਪਾਂ ਪੁਆਇੰਟ ਆਫ ਕੰਟੈਕਟ, ਇਹਨੂੰ ਬੋਲਦੇ ਆ ਪੁਆਇੰਟ ਆਫ ਕੰਟੈਕਟ। ਠੀਕ ਹੈ, ਇੰਨੀ ਗੱਲ ਓਕੇ ਹੋ ਗਈ। ਅਤੇ ਇੱਕ ਗੱਲ ਹੋਰ ਵੀ ਦੱਸ ਦਿੰਦਾ ਚਲੋ ਇੱਥੇ, ਜਿਹੜਾ ਸਾਡਾ ਰੇਡੀਅਸ ਹੁੰਦਾ ਉਹ ਟੇਂਜੈਂਟ 'ਤੇ ਕੀ ਹੁੰਦਾ, ਪਰਪੈਂਡੀਕੂਲਰ, ਯਾਨੀ ਰੇਡੀਅਸ ਇਜ਼ ਆਲਵੇਜ਼ ਪਰਪੈਂਡੀਕੂਲਰ ਔਨ ਟੇਂਜੈਂਟ, 90 ਡਿਗਰੀ ਦਾ ਐਂਗਲ ਬਣਾਉਂਦਾ। ਇੰਨੀ ਗੱਲ ਓਕੇ ਹੋ ਗਈ। ਚਲੋ ਅੱਗੇ ਚੱਲਦੇ ਹਾਂ। ਅਗਲਾ 11ਵਾਂ ਚੈਪਟਰ ਤੁਹਾਡਾ ਕੰਸਟਰਕਸ਼ਨ ਦਾ 4 ਨੰਬਰ ਦਾ ਕੁਐਸਚਨ ਆਉਣਾ। ਇੱਕ ਵਾਰ ਨਾ ਸਾਰਾ ਕੁਛ ਨਾ ਦੇਖ ਲਿਓ ਆਪਣਾ, ਹੈ ਨਾ, ਅਤੇ ਕੋਸ਼ਿਸ਼ ਕਰਿਓ ਕਿ ਬਿਲਕੁਲ ਸਾਫ਼ ਬਣਾਇਓ, ਕਿ ਸਫਾਈ ਦੇ ਨੰਬਰ ਨੇ, ਉੱਥੇ ਕਿਹੜਾ ਕੋਈ ਸਕੇਲ ਪੈਨਸਲ ਲੈ ਕੇ ਬੈਠਾ ਜਿਹੜਾ ਨਾਪ ਕੇ ਦੇਖੂਗਾ। ਬਸ ਮੇਨ ਚੀਜ਼ ਸਫਾਈ ਦਾ ਹੀ ਧਿਆਨ ਰੱਖਣਾ, ਹੋਰ ਕੁਛ ਵੀ ਨਹੀਂ ਹੈਗਾ ਉਹਦੇ ਵਿੱਚ। 12ਵਾਂ ਚੈਪਟਰ ਏਰੀਆ ਟੂ ਸਰਕਲ। ਏਰੀਆ ਆਫ, ਸਭ ਤੋਂ ਪਹਿਲਾਂ ਚਾਹੁੰਦਾ ਏਰੀਆ ਆਫ ਸੈਕਟਰ ਦਾ ਫਾਰਮੂਲਾ। ਹਾਂ ਵੀ ਏਰੀਆ ਆਫ ਸੈਕਟਰ ਦਾ ਫਾਰਮੂਲਾ ਕੀ ਹੁੰਦਾ, ਉਹ ਹੁੰਦਾ ਥੀਟਾ ਅਪੋਨ 360 ਮਲਟੀਪਲਾਈ ਬਾਈ ਪਾਈ ਆਰ ਦਾ ਸਕੁਆਇਰ। ਦੂਜਾ ਆਉਂਦਾ ਇੱਥੇ ਲੈਂਥ ਆਫ ਆਰਕ ਦਾ ਫਾਰਮੂਲਾ ਸਾਡੇ ਕੋਲ ਕੀ ਹੁੰਦਾ, ਥੀਟਾ ਅਪੋਨ 360 ਇੰਟੂ 2πr। ਹੁਣ ਇੱਥੇ ਮੈਂ ਸਰਕਲ ਦਾ ਏਰੀਆ ਅਤੇ ਉਹਦਾ ਪੈਰੀਮੀਟਰ ਆਫ ਸਰਕਲ ਨਹੀਂ ਲਿਖਿਆ। ਸਰਕਲ ਦਾ ਏਰੀਆ ਤਾਂ πr ਸਕੁਆਇਰ ਹੁੰਦਾ, ਸੈਕਟਰ ਦਾ ਬਸ ਆਹ ਲੱਗ ਜਾਂਦਾ। ਸਰਕਮਫਰੈਂਸ ਕੀ ਹੁੰਦਾ, ਸਰਕਲ ਦਾ 2πr ਹੁੰਦਾ, ਲੈਂਥ ਆਫ ਆਰਕ ਕਰਕੇ ਥੀਟਾ ਅਪੋਨ 360 ਲਾ ਲੈਣਾ। ਇਹ 'ਚ ਕਿਹੜਾ ਕੋਈ ਵੱਡੀ ਗੱਲ ਹੈ, ਹੈ ਨਾ, ਤਾਂ ਕਰਕੇ ਮੈਂ ਏਰੀਆ ਆਫ ਸਰਕਲ ਨਹੀਂ ਲਿਖ ਰਿਹਾ ਉੱਥੇ, ਇੰਨੀ ਗੱਲ ਧਿਆਨ। ਅਗਲੀ ਗੱਲ ਜਿਹੜੀ ਇਹਦੇ ਵਿੱਚ ਆਉਂਦੀ ਹੈ ਐਂਗਲ ਮੇਡ ਬਾਏ ਮਿਨਟ ਹੈਂਡ ਇਨ 1 ਮਿੰਟ ਇਕੁਅਲ ਟੂ 6 ਡਿਗਰੀ। ਜਿਹੜੀ ਮਿੰਟ ਵਾਲੀ ਸੂਈ ਹੁੰਦੀ ਹੈ 1 ਮਿੰਟ 'ਚ ਕਿੰਨਾ ਐਂਗਲ ਬਣਾਉਂਦੀ ਹੈ, 6 ਡਿਗਰੀ ਦਾ ਐਂਗਲ ਬਣਾਉਂਦੀ ਹੈ। ਕਦੇ ਕਦੇ ਆਹੀ ਪੁੱਛ ਲੈਂਦੇ ਇੱਕ ਨੰਬਰ ਦੀ ਕਿ ਮਿੰਟ ਵਾਲੀ ਸੂਈ 10 ਮਿੰਟ 'ਚ ਕਿੰਨਾ ਐਂਗਲ ਬਣਾਉਗੀ। ਜੇ 1 ਮਿੰਟ 'ਚ 6 ਬਣਦਾ 10 ਕਿੰਨਾ ਬਣੂ, 10 ਨਾਲ ਮਲਟੀਪਲਾਈ ਕਰ ਦਿਓ 60। ਜੇ 12 ਮਿੰਟ 'ਚ ਕਹਿੰਦੇ 12 ਨੂੰ 6 ਨਾਲ ਮਲਟੀਪਲਾਈ ਕਰ ਦਿਓ, ਕਿੰਨਾ ਆ ਗਿਆ 72। ਕਿਹੜਾ ਮਿੰਟ ਹੈਂਡ 1 ਮਿੰਟ 'ਚ। ਅਤੇ ਐਂਗਲ ਮੇਡ ਬਾਏ ਆਵਰ ਹੈਂਡ ਇਨ 1 ਮਿੰਟ ਕਹਿੰਦਾ ਜਿਹੜੀ ਘੰਟੇ ਵਾਲੀ ਸੂਈ ਹੁੰਦੀ ਆ ਉਹ 1 ਮਿੰਟ 'ਚ ਕਿੰਨਾ ਐਂਗਲ ਬਣਾਉਂਦੀ ਆ, ਉਹ 1/2 ਐਂਗਲ ਬਣਾਉਂਦੀ ਆ। ਆਹ ਜਿਹੜਾ ਕੁਐਸਚਨ ਆਵਰ ਹੈਂਡ ਵਾਲਾ ਲਿਖ ਰਿਹਾ ਨਾ, ਇਹ CBSE ਜਿਹੜਾ ਹੁਣ 21 ਮਾਰਚ ਨੂੰ ਪੇਪਰ ਹੋਇਆ 2023 ਦਾ, ਉਹਦੇ ਵਿੱਚ ਪੁੱਛਿਆ ਗਿਆ ਸੀਗਾ। ਤਾਂ ਆਵਰ ਹੈਂਡ ਵਾਲੀ ਕਿੰਨੇ 'ਚ 1 ਮਿੰਟ 'ਚ ਕਿੰਨਾ ਬਣਾਉਂਦੀ ਹੈ, 1/2 ਡਿਗਰੀ ਦਾ ਐਂਗਲ ਬਣਾਉਂਦੀ ਹੈ। ਜੇ ਮੰਨ ਲਓ ਕਦੇ ਐਂ ਪੁੱਛਦਾ ਕਿ 7:20 ਤੋਂ ਲੈ ਕੇ
सत्त मान लो 55 तक का टाइम है, कहता मिनट वाली सूई दसो कितना एंगल बनाऊगी, तो 20 तो लैके 55 तक कितने मिनट हो गए, 35 मिनट हो गए। जे तो कहूगा कि मिनट वाली सूई कितना एंगल बनाती है, मिनट वाली सूई मिनट मिनट हैंड कितना एंगल बनाती है, तो 35 में तो सीधा सीधा मल्टीप्लाई कर देना ਅਸੀਂ 6 ਨਾਲ, ਤਾਂ 35 6 ਸਾਡੇ ਕੋਲ ਕੀ ਹੁੰਦਾ 0 3 ਕੈਰੀ 18 3 21 210 ਡਿਗਰੀ ਦਾ ਐਂਗਲ ਬਣ ਜਾਂਦਾ। ਜੇ ਉਹ ਕਹਿੰਦਾ ਆਵਰ ਹੈਂਡ ਵਾਲਾ ਕਿੰਨਾ ਬਣਾਉਣਾ, ਜੋ ਕਿ ਆਇਆ ਸੀ ਤੁਹਾਡੇ ਉਹ 'ਚ ਆਹ CBSE ਵਾਲੇ ਪੇਪਰ 'ਚ, ਠੀਕ ਹੈ। ਤਾਂ ਆਵਰ ਹੈਂਡ ਕਿੰਨਾ ਬਣਾਉਂਦੀ ਹੈ, ਅੱਧਾ ਡਿਗਰੀ ਦਾ ਐਂਗਲ ਬਣਾਉਂਦੀ ਹੈ, ਤਾਂ ਕਿੰਨਾ ਆ ਜਾਂਦਾ 35 ਅਤੇ 1 ਮਿੰਟ 'ਚ ਕਿੰਨਾ ਬਣਦਾ, ਅੱਧਾ ਬਣਦਾ, ਤਾਂ ਉਹ ਕਿੰਨਾ ਆਉਂਦਾ 35/2 ਡਿਗਰੀ ਦਾ ਐਂਗਲ ਬਣ ਜਾਂਦਾ, ਠੀਕ ਹੈ। ਧਿਆਨ ਰੱਖ ਲੈਣੀਆਂ ਗੱਲਾਂ, ਛੋਟੀ ਛੋਟੀ ਗੱਲਾਂ ਹੁੰਦੀਆਂ ਨੇ, ਆ ਜਾਂਦੀਆਂ ਹੁੰਦੀਆਂ ਨੇ। ਹੁਣ 13ਵੇਂ ਚੈਪਟਰ ਦੇ ਅੰਦਰ ਤਾਂ ਮੇਰੇ ਵਿੱਚ ਫਾਰਮੂਲੇ ਹੀ ਹੈ, ਜਿਵੇਂ ਕਿਊਬ ਦਾ ਹੈ, ਠੀਕ ਹੈ, ਕਿਊਬੋਇਡ ਹੋ ਗਿਆ, ਮੈਂ ਸਾਰੇ ਲਿਖ ਦੇ ਰਿਹਾ ਤੁਹਾਨੂੰ ਰਿਵਾਈਜ਼ ਹੋ ਜਾਣ। ਸਿਲੰਡਰ ਹੋ ਗਿਆ, ਉਸ ਤੋਂ ਬਾਅਦ ਹੋਰ ਕਿਹੜਾ ਆਉਂਦਾ ਹੁੰਦਾ, ਸਫੀਅਰ ਆਉਂਦਾ ਹੁੰਦਾ, ਸਫੀਅਰ ਤੋਂ ਬਾਅਦ ਹੈਮੀਸਫੀਅਰ, ਇੱਕ ਕੋਨ ਤਾਂ ਰਹਿ ਹੀ ਗਿਆ, ਚਲੋ ਕੋਈ ਨਹੀਂ, ਹੈਮੀਸਫੀਅਰ। ਉਸ ਤੋਂ ਬਾਅਦ ਕਿਹੜਾ ਸੀਗਾ, ਕੋਨ ਸੀਗਾ, ਕੋਨ ਨੂੰ ਇੱਥੇ ਐਡਜਸਟ ਕਰ ਲੈਣਾ ਆਪਾਂ, ਕੋਨ ਆ ਗਿਆ। ਅਤੇ ਫਿਰ ਕੀ ਸੀਗਾ, ਫਰਸਟਮ ਆਫ ਕੋਨ, ਚਲੋ CSA ਲਿਖ ਦੂੰਗਾ ਇੱਥੇ ਲਿਖ ਦੂੰਗਾ ਮੈਂ ਇਹਨਾਂ ਦਾ ਟੋਟਲ ਸਰਫੇਸ ਏਰੀਆ, ਅਤੇ ਇੱਥੇ ਲਿਖ ਦਾਂਗੇ ਇਹਨਾਂ ਦੇ ਵੋਲਿਊਮ। ਹਾਂ ਵੀ ਕਿਊਬ ਦਾ CSA ਹੁੰਦਾ 4A², A ਦਾ ਮਤਲਬ ਇੱਥੇ ਸਾਈਡ ਰਹੇਗੀ, ਠੀਕ ਹੈ ਜੀ। ਅਤੇ ਟੋਟਲ ਸਰਫੇਸ ਹੁੰਦਾ 6A², ਅਤੇ ਵੋਲਿਊਮ ਹੁੰਦਾ A ਦਾ ਕਿਊਬ। ਅਤੇ ਇੱਕ ਚੀਜ਼ ਮੈਂ ਹੋਰ ਲਿਖ ਦਿੰਦਾ, ਜਿਹੜੇ ਏਰੀਆ ਹੁੰਦੇ ਨੇ ਇਹਨਾਂ ਦੇ ਯੂਨਿਟ ਸੈਂਟੀਮੀਟਰ ਸਕੇਅਰ, ਮੀਟਰ ਸਕੇਅਰ, ਏਰੀਆ ਦੇ ਸੈਂਟੀਮੀਟਰ ਸਕੇਅਰ, ਮੀਟਰ ਸਕੇਅਰ, ਅਤੇ ਵੋਲਿਊਮ ਦੇ ਹੁੰਦੇ ਨੇ ਸੈਂਟੀਮੀਟਰ ਕਿਊਬ, ਮੀਟਰ ਦਾ ਕਿਊਬ। ਇਸ ਚੀਜ਼ ਦਾ ਧਿਆਨ ਆਉਣਾ, ਯੂਨਿਟਸ ਦੇ ਭੁੱਲ ਗਏ ਤਾਂ ਨੰਬਰ ਵੀ ਭੁੱਲ ਗਏ। ਤਾਂ ਕਿਊਬੋਇਡ ਦਾ ਕਰਵਡ ਸਰਫੇਸ ਏਰੀਆ ਕੀ ਹੁੰਦਾ, ਉਹ ਹੁੰਦਾ 2HL+B। ਟੋਟਲ ਕੀ ਹੁੰਦਾ 2LB+BH+HL। ਵੋਲਿਊਮ ਹੁੰਦਾ L×B×H। ਸਿਲੰਡਰ ਦਾ ਵੋਲਿਊਮ, ਸਿਲੰਡਰ ਦਾ CSA ਹੁੰਦਾ 2πr H। ਟੋਟਲ ਹੁੰਦਾ 2πr (H+R). ਵੋਲਿਊਮ ਹੁੰਦਾ πr² H। ਕੋਨ ਦਾ πr L ਕੀ ਹੁੰਦੀ ਹੈ, ਸਲਾਂਟ ਹਾਈਟ, ਅਤੇ L ਦਾ ਫਾਰਮੂਲਾ ਕੀ ਹੁੰਦਾ, √H² +R ਦਾ ਸਕੇਅਰ। ਅਤੇ ਟੋਟਲ ਹੁੰਦਾ πr (R+R). ਅਤੇ ਵੋਲਿਊਮ ਕਿੰਨਾ ਹੁੰਦਾ ਇਹਦਾ 1/3 1/3 πr² H। ਸਫੀਅਰ ਦਾ 4πr², ਕਰਵਡ ਸਰਫੇਸ ਏਰੀਆ। ਅਤੇ ਕਰਵ ਅਤੇ ਟੋਟਲ ਦੋਨੋਂ ਸੇਮ ਹੀ ਹੁੰਦੇ ਨੇ, ਇਹਦਾ ਵੀ ਕੀ ਹੋਊਗਾ 4πr ਦਾ ਸਕੇਅਰ। ਵੋਲਿਊਮ ਹੁੰਦਾ 4/3 πr ਦੇ ਉੱਤੇ ਕਿਊਬ। ਹੈਮੀਸਫੀਅਰ ਦਾ ਵੋਲਿਊਮ, ਹੈਮੀਸਫੀਅਰ ਦਾ ਕਰਵ ਹੁੰਦਾ 2πr², ਅਤੇ ਟੋਟਲ ਹੁੰਦਾ 3πr², ਅਤੇ ਵੋਲਿਊਮ ਹੁੰਦਾ 2/3 πr ਦਾ ਕਿਊਬ। ਫਰਸਟਮ ਦਾ ਕਰਵ ਹੁੰਦਾ πr1 + r2l, ਅਤੇ ਇਹਦੇ ਵਿੱਚ ਜਿਹੜਾ L ਹੁੰਦਾ ਉਹ ਹੁੰਦਾ √H² +R1 - R2 ਦਾ ਹੋਲ ਸਕੇਅਰ। ਅਤੇ ਟੋਟਲ ਹੁੰਦਾ πr1 r2l πr1 ਦਾ ਸਕੇਅਰ πr2 ਦਾ ਸਕੇਅਰ। ਅਤੇ ਇਹਦਾ ਵੋਲਿਊਮ ਹੁੰਦਾ 1/3 πH r1² +R2² +R1 × R2, ਠੀਕ ਹੈ। ਇਹ ਸਾਰੇ 13ਵੇਂ ਚੈਪਟਰ ਦੇ ਇੰਪੋਰਟੈਂਟ ਫਾਰਮੂਲੇ ਸੀਗੇ, ਸਾਰੇ ਆਰਾਮ ਨਾਲ ਵਧੀਆ ਤਰੀਕੇ ਨਾਲ ਰੱਟ ਲੈਣੇ ਆ। ਅਤੇ ਹੁਣ 14ਵੇਂ ਦੇ ਮੈਂ ਲਿਖਣ ਜਾ, ਹਾਂਜੀ 14 ਚੈਪਟਰ ਦੇ ਵਿੱਚ ਜਿਹੜੀ ਚੀਜ਼ਾਂ ਹੈਗੀਆਂ ਨੇ, ਇੱਕ ਤਾਂ ਪਹਿਲਾਂ ਹੈਗਾ ਮੀਨ, ਹੈ ਨਾ। ਮੀਨ ਦਾ ਜਿਹੜਾ ਸਿੰਬਲ ਹੁੰਦਾ ਉਹ ਐ ਹੁੰਦਾ X ਬਾਰ, ਹੈ ਨਾ। ਮੀਨ ਨੂੰ ਆਪਾਂ ਜਿਹੜਾ ਫਾਰਮੂਲਾ ਹੁੰਦਾ ਉਹ ਹੁੰਦਾ ਸਮੀਸ਼ਨ ਆਫ FI/XI ਅਪੋਨ ਸਮੀਸ਼ਨ ਆਫ FI, ਠੀਕ ਆ। ਬਟ ਡਾਇਰੈਕਟ ਇਹ ਸੀਗਾ ਡਾਇਰੈਕਟ ਵਾਲਾ। ਜੇ ਅਜ਼ਿਊਮਡ ਮੀਨ ਦਾ ਫਾਰਮੂਲਾ ਪੁੱਛੇ ਤਾਂ ਅਜ਼ਿਊਮਡ ਦੇ ਵਿੱਚ ਕੀ ਹੁੰਦਾ, ਜੈਸੇ ਇਹਦੇ ਮੂਹਰੇ A ਆ ਜਾਂਦਾ, ਸਮੀਸ਼ਨ FI, ਅਤੇ X ਦੀ ਜਗ੍ਹਾ DI ਹੁੰਦਾ। D ਦਾ ਮਤਲਬ ਡਿਵੀਜ਼ਨ, XI ਦਾ ਮਤਲਬ ਸਾਡੇ ਕੋਲ ਹੁੰਦਾ ਕਲਾਸ ਮਾਰਕਸ, ਜਿਹੜੀ ਕਿ ਮਿਡ ਵੈਲਿਊ ਹੁੰਦੀ ਹੈ ਨਾ ਕਲਾਸ ਇੰਟਰਵਲ ਦੀ। FI ਇਹ ਸੀਗਾ ਅਜ਼ਿਊਮਡ ਮੀਨ ਮੈਥਡ, ਕਾਲਪਨਿਕ ਵਿਧੀ, ਠੀਕ ਆ। ਉਸ ਤੋਂ ਬਾਅਦ ਜਿਹੜਾ ਸਟੈਪ ਡਿਵੀਜ਼ਨ ਹੁੰਦਾ A + FI UI ਅਪੋਨ FI × H। ਇਹ ਹੁੰਦਾ ਕਿਹੜਾ ਮੈਥਡ, ਇਹ ਹੁੰਦਾ ਸਟੈਪ ਡਿਵੀਜ਼ਨ ਮੈਥਡ ਫਾਈਂਡ ਕਰਨ ਦਾ। ਮੇਨ ਤਾਂ 6 ਨੰਬਰ ਜਿਹੜਾ ਕੁਐਸਚਨ ਆਉਣਾ ਮੋਡ ਅਤੇ ਮੀਡੀਅਨ ਦੇ ਵਿੱਚੋਂ ਹੀ ਡੈਮ ਸ਼ੋਰ ਹੀ ਆ। ਹਾਂ ਵੀ ਮੋਡ ਦਾ ਫਾਰਮੂਲਾ ਕੀ ਹੁੰਦਾ, ਉਹਦਾ ਮੋਡ ਹੁੰਦਾ ਕੀ ਹੈ, ਮੋਡ ਦਾ ਨੰਬਰ ਵਿਚ ਹੈਜ਼ ਮੈਕਸੀਮਮ ਫ੍ਰੀਕੁਐਂਸੀ, ਹੈ ਨਾ। ਅਤੇ ਜਿਵੇਂ ਇਹਦਾ ਫਾਰਮੂਲਾ ਹੁੰਦਾ L + F1 - F0 ਅਪੋਨ 2F1 - F0 - F2, ਅਤੇ ਮਲਟੀਪਲਾਈ ਬਾਏ H। ਅਤੇ ਜਿਹੜਾ ਮੀਡੀਅਨ ਹੁੰਦਾ, ਮੀਡੀਅਨ ਦਾ ਫਾਰਮੂਲਾ ਕੀ ਹੁੰਦਾ L + N/2 - CF ਅਪੋਨ F ਮਲਟੀਪਲਾਈ ਬਾਏ H। ਇਹ ਫਾਰਮੂਲੇ ਮੇਨ ਤਾਂ ਇਹਨਾਂ ਦੋਨਾਂ ਦੇ ਉੱਤੋਂ 6 ਮਾਰਕਸ ਲਈ ਕੁਐਸਚਨ ਆਉਣਾ ਬਿਲਕੁਲ ਡੈਮ ਸ਼ੋਰ ਜਿਹਾ ਹੀ ਹੈ, ਠੀਕ ਹੈ। ਉਸ ਤੋਂ ਬਾਅਦ 15ਵਾਂ ਚੈਪਟਰ ਪ੍ਰੋਬੇਬਿਲਿਟੀ ਦੀ ਇੰਪੋਰਟੈਂਟ ਗੱਲਾਂ। ਪਹਿਲਾਂ ਪ੍ਰੋਬੇਬਿਲਿਟੀ ਦਾ ਫਾਰਮੂਲਾ ਕੀ ਹੁੰਦਾ, ਨੰਬਰ ਆਫ ਫੇਵਰੇਬਲ ਆਊਟਕਮ ਅਪੋਨ ਟੋਟਲ ਨੰਬਰ ਆਫ ਆਊਟਕਮ ਅਪੋਨ ਟੋਟਲ
ਨੰਬਰ ਆਫ ਆਊਟਕਮ, ਇਹ ਪਹਿਲਾ ਫਾਰਮੂਲਾ ਹੋ ਗਿਆ। ਉਸ ਤੋਂ ਬਾਅਦ ਜਿਹੜੀ ਪ੍ਰੋਬੇਬਿਲਿਟੀ ਹੁੰਦੀ ਹੈ ਉਹ ਹਮੇਸ਼ਾ 0 ਤੋਂ ਬੜੀ ਜਾਂ ਬਰਾਬਰ ਹੁੰਦੀ ਹੈ, ਅਤੇ 1 ਤੋਂ ਹਮੇਸ਼ਾ ਕੀ ਹੁੰਦੀ ਹੈ, ਛੋਟੀ ਜਾਂ 1 ਦੇ ਬਰਾਬਰ ਵੀ ਹੋ ਸਕਦੀ ਹੈ। 0 ਉਦੋਂ ਹੁੰਦੀ ਹੈ ਜਦੋਂ ਇੰਪੋਸੀਬਲ ਹੋਵੇ, 1 ਉਦੋਂ ਹੁੰਦੀ ਹੈ ਜਦੋਂ ਕਿਆ ਹੋਵੇ, ਸ਼ੋਰ ਹੋਵੇ। ਪੇਪਰ ਵਾਲਾ ਨਾ ਆਪ ਪਾਉਂਦਾ ਹੁੰਦਾ, ਕਹਿੰਦਾ ਪ੍ਰੋਬੇਬਿਲਿਟੀ ਕਿਹੜੀ ਨਹੀਂ ਹੈ, ਤਾਂ ਮਾਈਨਸ ਵਾਲੀ ਕਦੇ ਪ੍ਰੋਬੇਬਿਲਿਟੀ ਨਹੀਂ ਹੋ ਸਕਦੀ। ਅਤੇ ਐਂ ਪੁੱਛ ਲੈਂਦਾ 7/5 ਕੀ ਇਹ ਪ੍ਰੋਬੇਬਿਲਿਟੀ ਹੈ, ਡਿਵਾਈਡ ਕਰਕੇ ਦੇਖ ਲਓ, ਜੇ 1 ਤੋਂ ਵੱਧ ਆ ਗਿਆ, 1 ਪੁਆਇੰਟ ਕੁਛ ਵੀ ਆ ਗਿਆ, ਉਹ ਪ੍ਰੋਬੇਬਿਲਿਟੀ ਨਹੀਂ ਹੋ ਸਕਦੀ। ਹਮੇਸ਼ਾ ਪ੍ਰੋਬੇਬਿਲਿਟੀ ਦੇ ਵਿੱਚ ਰਹਿਣੀ ਹੈ, 0 ਪੁਆਇੰਟ ਸਮਥਿੰਗ ਹੀ ਹੋਣੀ ਹੈ ਪ੍ਰੋਬੇਬਿਲਿਟੀ, ਠੀਕ ਹੈ। ਇੱਕ ਚੀਜ਼, ਅਤੇ ਦੂਜੀ ਚੀਜ਼, ਕਿਸੇ ਵੀ ਈਵੈਂਟ ਦੀ ਹੋਣ ਦੀ ਪ੍ਰੋਬੇਬਿਲਿਟੀ ਅਤੇ ਉਸੇ ਈਵੈਂਟ ਦੇ ਨਾ ਹੋਣ ਦੀ ਪ੍ਰੋਬੇਬਿਲਿਟੀ ਦਾ ਜਿਹੜਾ ਜੋੜ ਹੁੰਦਾ ਉਹ ਕਿਹਦੇ ਬਰਾਬਰ ਹੁੰਦਾ, 1 ਦੇ ਬਰਾਬਰ ਹੁੰਦਾ। ਅਤੇ ਸਮ ਆਫ ਐਲੀਮੈਂਟਰੀ ਈਵੈਂਟ, ਸਮ ਆਫ ਐਲੀਮੈਂਟਰੀ ਈਵੈਂਟ ਦਾ ਜਿਹੜਾ ਜੋੜ ਹੁੰਦਾ ਉਹ ਕਿੰਨਾ ਹੁੰਦਾ, 1 ਹੁੰਦਾ। ਠੀਕ ਹੋ ਗਈ ਗੱਲ। ਅਤੇ ਅੱਗੇ ਹੋਰ ਇਹਦੇ ਵਿੱਚ ਕੀ ਚੀਜ਼ ਸੀਗਾ, ਹਾਂ ਇਹਦੇ ਵਿੱਚ ਬਸ ਆਹੀ ਇੰਪੋਰਟੈਂਟ ਸੀਗਾ। ਅਤੇ ਮੈਂ ਕਾਰਡ ਬਾਰੇ ਗੱਲਾਂ ਕਰ ਦਿੰਦਾ। ਜਿਹੜੇ ਕਾਰਡ ਹੁੰਦੇ ਨੇ, ਟੋਟਲ ਸਾਡੇ ਕੋਲ ਕਿੰਨੇ ਕਾਰਡ ਹੁੰਦੇ ਨੇ, 52 ਕਾਰਡ। ਜਾਂਦੇ ਰਿਵਾਈਜ਼ ਕਰ ਦਿਓ, ਐਵੇਂ ਦਿਮਾਗ 'ਚੋਂ ਕੋਈ ਭੁੱਲ ਨਾ ਜਾਇਓ ਕਿਸੇ ਚੀਜ਼ ਨੂੰ। 52 ਕਾਰਡ ਹੁੰਦੇ ਨੇ, ਜਿਹਦੇ ਵਿੱਚੋਂ ਅੱਧੇ ਵੰਡਦੇ ਨੇ। 52 ਦਾ ਕਿੰਨਾ ਹੋਗਾ, 26 ਕੀ ਹੁੰਦੇ ਨੇ, ਰੈੱਡ ਹੁੰਦੇ ਨੇ, ਅਤੇ 26 ਕੀ ਹੁੰਦੇ ਨੇ, ਬਲੈਕ ਹੁੰਦੇ ਨੇ। ਠੀਕ ਹੈ, ਯਾਦ ਹੋ ਗਿਆ ਅੱਧੇ 26। ਹੁਣ ਅੱਗੇ ਯਾਦ ਕਰਦੇ ਹਾਂ। ਦੇਖੋ ਇਹਨੂੰ ਫਰਦਰ ਡਿਵਾਈਡ ਕਰ ਰਹੇ ਹਾਂ। 26 ਦਾ ਅੱਧ ਕਿੰਨਾ ਹੋ ਗਿਆ, 13, ਯਾਨੀ ਹੁਣ ਇਹਨਾਂ ਨੇ 13 'ਚ ਵੱਟਣਾ। ਅੱਧੇ ਫੇਰ 13 ਇੱਧਰ ਨੂੰ, 13 ਇੱਧਰ ਨੂੰ। ਹੁਣ ਦੇਖੋ ਜਿਹੜਾ ਰੈੱਡ ਦੇ ਵਿੱਚ ਆਉਂਦਾ ਹੁੰਦਾ ਹਾਰਟ, ਖੂਨ ਲਾਲ ਹੁੰਦਾ ਨਾ, ਤਾਂ ਹਾਰਟ ਦੇ ਵਿੱਚ ਖੂਨ ਕਿਹੜਾ ਹੁੰਦਾ, ਲਾਲ ਹੁੰਦਾ। ਤਾਂ ਇੱਥੋਂ ਯਾਦ ਰੱਖ ਲਓ, ਰੈੱਡ ਦੇ ਵਿੱਚ ਕੀ ਆਉਣਾ, ਹਾਰਟ ਆਉਣਾ। ਠੀਕ ਹੈ, ਹਾਰਟ ਤੋਂ ਬਾਅਦ ਕੀ ਆ ਗਿਆ, ਡਾਇਮੰਡ ਆ ਗਿਆ। ਹੁਣ ਡਾਇਮੰਡ ਨੂੰ ਕਿਵੇਂ ਯਾਦ ਰੱਖੋ, ਖੂਨ ਪਸੀਨਾ ਆਪਦਾ ਵੇਚ ਦਿਓ, ਜਿੰਨਾ ਖੂਨ ਵੇਚੋਗੇ ਤਾਂ ਹੀ ਡਾਇਮੰਡ ਲੈ ਲਓਗੇ ਤੁਸੀਂ, ਨਹੀਂ ਤਾਂ ਔਖਾ ਹੀ ਹੈ ਡਾਇਮੰਡ ਲੈਣਾ, ਹੈ ਨਾ। ਮੈਂ ਮਜ਼ਾਕ ਕਰ ਰਿਹਾ, ਤਾਂ ਜਸਟ ਬੈਡ ਜੋਕ ਸੀਗਾ। ਚਲੋ ਪੇਪਰ ਆਉਣ ਤੋਂ ਪਹਿਲਾਂ ਹਾਰਟ ਦੇ ਕੀ ਹੋ ਗਿਆ, ਡਾਇਮੰਡ ਆ ਗਿਆ। ਅਤੇ ਇੱਥੇ ਵਿੱਚ ਕੀ ਆ ਜਾਊਗਾ, ਸਪੇਡ ਆ ਜਾਊਗਾ। ਅਤੇ ਇੱਧਰ ਕੀ ਆ ਜਾਂਦਾ ਹੁੰਦਾ, ਕਲੱਬ ਆ ਜਾਂਦਾ ਹੁੰਦਾ। 13 ਪੱਤੇ। ਹੁਣ ਆਹ 13 ਪੱਤੇ ਹੁੰਦੇ ਕਿਹੜੇ ਨੇ, ਦੇਖੋ ਬੱਚੇ 2 ਤੋਂ ਲੈ ਕੇ 10 ਤੱਕ ਤਾਂ ਕੀ ਹੋ ਗਏ, ਨੰਬਰ। ਜਿਹੜੇ ਕਾਰਡ ਤੇ ਕਦੇ ਤਾਸ਼ ਦੇਖੀ ਹੋਵੇ, ਹੈ ਨਾ, 2 ਤੋਂ ਲੈ ਕੇ 10 ਤੱਕ ਤਾਂ ਕੀ ਸਾਡੇ ਕੋਲ ਨੰਬਰ ਹੀ ਹੁੰਦੇ ਨੇ। ਤਾਂ ਕਿੰਨੇ ਨੰਬਰ ਹੋ ਗਏ ਇਹ 9 ਕਾਰਡ ਹੋ ਗਏ, ਹੈ ਨਾ। 2 ਤੋਂ ਲੈ ਕੇ 10 ਤੱਕ ਕੀ ਹੋ ਗਏ, 9 ਕਾਰਡ ਹੋ ਗਏ। 10 'ਚ 2 ਜਾਣਗੇ 8, ਅਤੇ 2 ਵਾਲਾ ਵੀ ਨਿਕਲ ਗਿਆ, ਤਾਂ 9 ਕਾਰਡ ਹੋ ਗਏ। ਹੁਣ ਬਾਕੀ ਬਚੇ ਕਿਹੜੇ, ਇੱਕ ਤਾਂ ਹੁੰਦਾ ਏਸ, ਇੱਕਾ, ਫਿਰ ਇੱਕ ਕਿੰਗ ਦਾ ਹੁੰਦਾ, ਇੱਕ ਕੁਈਨ ਦਾ ਹੁੰਦਾ, ਠੀਕ ਹੈ, ਇੱਕ ਕੀ ਹੁੰਦਾ, ਜੈਕ ਦਾ ਹੁੰਦਾ। ਹਰੇਕ ਦੇ ਵਿੱਚ ਹੀ ਐਂ ਹੀ ਹੋਣਾ, ਹਰੇਕ ਦੇ ਵਿੱਚ 4 ਪੱਤੇ ਐਂ ਹੀ ਹੋਣੇ ਆ। ਜਿਹੜੇ 13 ਕਾਰਡ ਲਿਖੇ ਸਾਰੇ ਐਂ ਹੀ ਹੋਣੇ ਨੇ। ਤਾਂ ਏਸ ਦੇ ਪੱਤੇ ਕਿੰਨੇ ਹੋ ਗਏ, 4 ਹੋ ਗਏ। ਕਿੰਗ ਦੇ ਪੱਤੇ ਕਿੰਨੇ ਹੋ ਗਏ, 4। ਕੁਈਨ ਦੇ 4, ਜੈਕ ਦੇ 4। ਹੁਣ ਇੱਥੇ ਆਉਂਦਾ ਫੇਸ ਕਾਰਡ। ਫੇਸ ਕਾਰਡ ਕਿੰਨੇ ਹੁੰਦੇ ਨੇ, ਦੇਖੋ ਕਿੰਗ ਦੇ ਉੱਤੇ 4 ਦੇ ਫੇਸ ਹੁੰਦਾ, ਕੁਈਨ 'ਤੇ ਫੇਸ ਹੁੰਦਾ, ਜੈਕ 'ਤੇ ਫੇਸ ਹੁੰਦਾ, ਟੋਟਲ 12। ਲੇਕਿਨ ਜਿਹੜਾ ਏਸ ਹੁੰਦਾ, ਏਸ ਦਾ ਕੋਈ ਫੇਸ ਨਹੀਂ ਹੁੰਦਾ। ਏਸ ਦੇ ਉੱਤੇ ਇਹ ਕੀ ਹੈ, ਇੱਕ ਅਲਫਾਬੈਟ ਹੈ, ਕੋਈ ਫੇਸ ਥੋੜ੍ਹੀ ਨਾ ਹੁੰਦਾ। ਤਾਂ ਫੇਸ ਕਾਰਡ ਕਿੰਨੇ ਹੋ ਗਏ, 12 ਹੋ ਗਏ। ਜਿਸ 'ਚੋਂ 6 ਲਾਲ ਫੇਸ ਹੁੰਦੇ ਨੇ, 6 ਕੀ ਹੁੰਦੇ ਨੇ, 12 ਫੇਸ ਕਾਰਡ ਹੁੰਦੇ ਨੇ। ਹੁਣ ਇਹ ਪੁੱਛਦਾ ਹੁੰਦਾ ਪ੍ਰੋਬੇਬਿਲਿਟੀ ਆਫ ਕਿੰਗ ਆਫ ਡਾਇਮੰਡ ਦੇ ਵਿੱਚ ਕਿੰਨੇ ਕਿੰਗ ਨੇ, 1। ਤਾਂ 1/52। ਜੇ ਪੁੱਛੇ ਪ੍ਰੋਬੇਬਿਲਿਟੀ ਆਫ ਰੈੱਡ ਕਿੰਗ, ਰੈੱਡ ਦੇ ਅੰਦਰ ਕਿੰਨੇ ਕਿੰਗ ਹੋ ਜਾਣਗੇ, 1 ਤੇ 1 2, 2/52 1/26। ਠੀਕ ਆ, ਇਹ ਸਾਰੀ ਚੈਪਟਰ ਦੀ ਇੰਪੋਰਟੈਂਟ ਡਿਸਕਸ਼ਨ ਸੀਗੀ। ਇੱਥੇ ਹੋ ਗਿਆ। ਉਸ ਤੋਂ ਬਾਅਦ 14ਵੇਂ ਚੈਪਟਰ ਦੇ ਵਿੱਚ ਇੱਕ ਬੱਚੇ ਨੇ ਨਾ ਡਾਊਟ ਪੁੱਛਿਆ ਸੀਗਾ ਮੈਨੂੰ ਪਿਛਲੀ ਵੀਡੀਓ 'ਚ, 10ਵਾਂ ਪਹਿਲਾਂ ਮੈਂ ਉਹ ਵੀ ਕਰਦਾ ਕਲੀਅਰ। 10ਵੇਂ ਕੁਐਸਚਨ ਦਾ ਬੱਚੇ ਨੇ ਪਿਛਲੀ ਵੀਡੀਓ 'ਚ ਬੱਚੇ ਨੇ ਇੱਕ ਮੈਨੂੰ ਡਾਊਟ ਪੁੱਛਿਆ, ਉਹ ਸੀਗਾ 10ਵਾਂ ਕੁਐਸਚਨ ਕਿ ਇਫ ਪੈਰਾਮੀਟਰ ਆਫ ਸਰਕਲ ਇਜ਼ ਇਕੁਅਲ ਟੂ ਡੈਟ ਆਫ ਸਕੁਏਅਰ, ਕਿ ਪੈਰਾਮੀਟਰ ਆਫ ਸਰਕਲ ਦਾ ਜਿਹੜਾ ਪੈਰਾਮੀਟਰ ਹੈ ਉਹ ਇਕੁਅਲ ਹੈਗਾ ਕਿਹਦੇ, ਪੈਰਾਮੀਟਰ ਆਫ ਸਕੁਏਅਰ ਦੇ। ਕਹਿੰਦਾ ਦੈਨ ਰੇਸ਼ੋ ਆਫ ਦੇਅਰ ਏਰੀਆ, ਤਾਂ ਉਹਨਾਂ ਦੇ ਏਰੀਆ ਦਾ ਰੇਸ਼ੋ ਫਾਈਂਡ ਕਰਨਾ ਸੀ ਸਰਕਲ 'ਤੇ ਉਹਦਾ। ਦੇਖੋ ਪੈਰਾਮੀਟਰ ਆਫ ਸਕੁਏਅਰ ਦਾ ਫਾਰਮੂਲਾ ਕੀ ਹੁੰਦਾ, ਹੁੰਦਾ 2πr। ਪੈਰਾਮੀਟਰ ਆਫ ਸਕੁਏਅਰ ਕੀ ਹੁੰਦਾ, 4a ਦਾ ਮਤਲਬ ਸਾਈਡ। ਹੁਣ ਦੇਖੋ ਇਹਨੂੰ ਸੋਲਵ ਕਰੂੰਗਾ, 222/7 ਇੰਟੂ r, ਜਿਹੜਾ 4 ਮਲਟੀਪਲਾਈ ਜਾਂ ਨੀਚੇ ਕੇ ਡਿਵਾਈਡ 'ਚ ਆ ਜਾਊਗਾ a। ਹੁਣ 2 ਦੇ ਭਾੜ 'ਤੇ ਕੱਟੂੰਗਾ ਇਹਨੂੰ 2 ਦੇ ਭਾੜ 'ਤੇ ਕੱਟਿਆ ਕਿੰਨਾ, 11, ਯਾਨੀ 11r/7 ਇਕੁਅਲ ਟੂ ਮੇਰੇ ਕੋਲ ਕੀ ਆ ਗਿਆ, a ਆ ਗਿਆ। ਹੁਣ ਏਰੀਆ ਦਾ ਰੇਸ਼ੋ ਕੱਢਣਾ, ਏਰੀਆ ਆਫ ਸਰਕਲ ਅਪੋਨ ਏਰੀਆ ਆਫ ਸਕੁਏਅਰ। ਠੀਕ ਹੈ, ਸਰਕਲ ਦਾ ਏਰੀਆ ਬਟਾ ਕਾਹਦਾ, ਸਕੁਏਅਰ ਦਾ। ਸਰਕਲ ਦਾ ਏਰੀਆ ਕੀ ਹੁੰਦਾ ਜੀ, πr ਦਾ ਸਕੁਏਅਰ, πr ਦਾ ਸਕੁਏਅਰ, ਅਤੇ ਸਕੁਏਅਰ ਦਾ ਏਰੀਆ ਕੀ ਹੁੰਦਾ, ਸਾਈਡ ਦਾ ਸਕੁਏਅਰ। ਇਹਨੂੰ ਸੋਲਵ ਕਰ ਰਹੇ ਹਾਂ। ਦੇਖੋ ਪਾਈ ਦੀ ਵੈਲਿਊ 22/7, ਰੇਡੀਅਸ ਉੱਦਾਂ ਹੀ ਲਿਖ ਲਿਆ। ਹੁਣ a ਆ ਗਿਆ, ਇੱਥੇ ਲਿਖ ਰਿਹਾ ਮਲਟੀਪਲਾਈ a, ਅਤੇ a ਦੀ ਵੈਲਿਊ ਕਿੰਨੀ ਹੈ, 11r/7 ਦਾ ਸਕੁਏਅਰ। ਇਹਨੂੰ ਸੋਲਵ ਕਰ ਲਓ, 22r ਸਕੁਏਅਰ, ਅਤੇ ਇੱਥੋਂ ਆ ਜਾਊਗਾ 7, ਇੱਥੋਂ ਆ ਜਾਊਗਾ 121r ਸਕੁਏਅਰ ਅਪੋਨ 49। ਠੀਕ ਹੈ, ਰੈਸੀਪ੍ਰੋਕਲ ਹੋ ਕੇ ਕਿੱਥੇ ਜਾਊਗਾ, ਉੱਪਰ ਜਾਊਗਾ। 22r ਸਕੁਏਅਰ ਅਪੋਨ 7 ਮਲਟੀਪਲਾਈ 121r ਸਕੁਏਅਰ ਮਲਟੀਪਲਾਈ 49। ਬਸ ਕੈਲਕੂਲੇਸ਼ਨ, ਆਰ ਸਕੁਏਅਰ ਨਾਲ ਆਰ ਸਕੁਏਅਰ ਵੱਢਿਆ ਗਿਆ, 7 ਦੇ ਭਾਰ 'ਤੇ 49 ਵੱਢਿਆ ਗਿਆ, 7 'ਤੇ 11 ਦੇ ਟੇਬਲ 'ਤੇ 2 'ਤੇ 11 ਟੇਬਲ 'ਤੇ 11 'ਤੇ, ਅਤੇ 7 ਦੂਣੀ 14 ਅਪੋਨ 11, ਤਾਂ ਰੇਸ਼ੋ ਬਣ ਗਈ 14:11। ਇਹ ਸੀਗਾ ਬੱਚੇ 10ਵਾਂ ਕੁਐਸਚਨ ਜਿਹੜਾ ਤੁਹਾਨੂੰ ਪਿਛਲੀ ਵੀਡੀਓ 'ਚ ਡਾਊਟ ਸੀਗਾ, ਜਿਹਨੇ ਵੀ ਪੁੱਛਿਆ ਸੀਗਾ। ਠੀਕ ਹੈ, ਉਸ ਤੋਂ ਬਾਅਦ ਹੁਣ 14ਵਾਂ ਚੈਪਟਰ ਜਿਹੜਾ ਰਹਿੰਦਾ ਬੱਚੇ, ਤੁਸੀਂ ਖੁਦ ਰਿਵਾਈਜ਼ ਕਰ ਲਓ, ਠੀਕ ਹੈ ਨਾ। ਮੋਡ ਦਾ ਸਮ ਕਰ ਲਓ ਕੋਈ ਇੱਕ, ਅਤੇ ਮੀਡੀਅਨ ਦੇ ਪਹਿਲੇ 3 ਸਮ ਕਰ ਲਓ, ਬਸ ਬਹੁਤ ਹੈ। ਉਹਨਾਂ ਵਿੱਚੋਂ ਹੋਰ ਕੋਈ ਸਮ ਬਾਹਰ ਨਹੀਂ ਹੋਣਾ। 6 ਨੰਬਰ ਉਹਦੇ ਵਿੱਚੋਂ ਗਰੰਟੀ ਨੇ, ਬਸ ਆ 4 ਸਮ। ਮੋਡ ਦਾ ਸਮ 5ਵੇਂ ਵਾਲਾ, ਠੀਕ ਹੈ, ਅਤੇ ਮੀਡੀਅਨ ਦੇ ਪਹਿਲੇ 3 ਸਮ ਇਹ ਕਰ ਲਓ। 6 ਨੰਬਰ ਲਈ ਇਹਨਾਂ ਵਿੱਚੋਂ ਹੀ ਡੈਫੀਨੇਟਲੀ ਕੁਐਸਚਨ ਹੋਣਾ।
ਤੇ ਆਲ ਦਾ ਬੈਸਟ ਫॉर योर एग्जाम। बड़े ध्यान नाल पेपर करना, कोई गलती नहीं करनी। क्वेश्चन के मिसटेक आ होंगे, मतलब मैथ के तो दिक्कत पता की होंगी है, बंदा प्लस माइनस साइना के लैके बंदा गलती कर दिंदा। तो एक बार क्वेश्चन की स्टेटमेंट सही तरीके उतारनी है, तो कैलकुलेशन के प्लस माइनस की गलती नहीं करनी है। तो उस तो बाद टाइम थोड़ा घट होंदा है ना, पेपर करते करते ना दो चीज़ों की प्रॉब्लम देखी है, एक तो टाइम घट जाता होंदा, दूजा कि शीटां भी घट जांदियां होंदियां ने। तो पहले ही शीटां नूं क्या करके मैनेज करके चलना हर एक बच्चे ने, कि जिहड़े MCQ होणगे कोशिश करो कि पहले दे पेज दे विच ही सारे कंप्लीट हो जाण, तुहानूं दूजा पेज लाउणा ही ना पवे, है ना। तो सफाई का खास ध्यान रखना। चलो ऑल द बेस्ट, सारे बच्चे वधिया वधिया पेपर करके आओ, तो आगे रिव्यू कर दिओ किहो जिहा तुहाडा पेपर होया, ठीक है। चलो ऑल द बेस्ट।